श्री वाहिगुरु साहिब जी। राग बसंत महला पहला। घर पहला चौपदी। दो तुके एक ओंकार सतनाम। करता पुरख निर्भउ निर्वैर। अकाल मूरत अजूनी सैभं गुर प्रसाद। माह मारखी चढ़िया सदा बसंत। पर फड़ चित समाल सोय। सदा सदा गोबिंद। माहा माह मारखी। वाहिगुरु जी का खालसा वाहिगुरु जी की फतेह। कोट ब्रह्मंडां दे मालक जुग जुगे अटल शब्दा अवतार। दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। राग बसंत महला पहला। घर पहला। कल आपां बसंत राग बारे विचार कीती सी। ये जो बसंत राग है ये खुशियां अते खेड़े दा राग है। बसंत चढ़िया फूली बन राई जिस विच मनुख पशु पंछी इस्त्रियां दा खुश हुंदियां ही ने। जिहड़ी बनस्पति है ये भी प्रफुल्लित हुंदी है। बनस्पति भी प्रफुल्लित हुंदी है। बसंत चढ़िया फूली बन राई। यह जी जंत फुले हर चित लाई। सारे जीआ जंत प्रफुल्लित हुंदे ने खुश हुंदे हन। बनस्पति भी खिड़ाउंदी है। जो माघ दा महीना अगे प्रारंभ होना है पोह तो अगे माघ आउंदा है। माघ दी संगरांद वाले दिन बसंत राग सचखंड श्री हरिमंदिर साहिब विखे गाउणा प्रारंभ होंदा है। ते जदों होला महला हुंदा है बकायदा श्री अकाल तख्त साहिब जिथे झंडे मूंगे गुरु ग्रंथ साहिब जी का अखंड पाठ साहिब चलता है। उथे अखंड पाठ का भोग पाया जाता है। ते दीवान सजा के होले महल्ले वाले दिन बसंत राग की समाप्ति की जाती है।
ਮਾਘ ਤੋਂ ਲੈ ਕੇ ਹੋਲੇ ਮਹੱਲੇ ਵਾਲੇ ਦਿਨ ਤੱਕ 24 ਘੰਟੇ ਬਸੰਤ ਰਾਗ ਗਾਉਣ ਦਾ ਸਮਾਂ ਹੈ। ਸੋ ਇਹਨੂੰ ਬਸੰਤ ਰੁੱਤ ਕਹਿੰਦੇ ਹਨ। ਬਸੰਤ ਰੁੱਤ ਦੇ ਵਿੱਚ ਇਹ ਹਰ ਸਮੇਂ ਗਾਇਆ ਜਾਂਦਾ ਹੈ। ਸੰਗੀਤ ਦੀ ਰਾਗ ਪਰੰਪਰਾ ਦੇ ਵਿੱਚ ਇਹਦਾ ਇੱਕ ਨਵੇਕਲਾ ਹੀ ਸਥਾਨ ਹੈ। ਖੁਸ਼ੀਆਂ ਦੇ ਖੇੜੇ ਪ੍ਰਦਾਨ ਕਰਦਾ, ਮਨ ਨੂੰ ਪ੍ਰਸੰਨ ਕਰਦਾ ਹੈ। ਤੇ ਵੈਸੇ ਜਿਹੜਾ ਸਮਾਂ ਇਸ ਦਾ ਗਾਉਣ ਦਾ ਹੈ ਉਹ ਦਿਨ ਦਾ ਦੂਜਾ ਪਹਿਰ ਹੈ। ਜਿਹੜਾ ਦਿਨ ਦਾ ਪਹਿਲਾ ਪਹਿਰ ਮੰਨਿਆ ਜਾਂਦਾ ਉਹ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਮੰਨਿਆ ਜਾਂਦਾ। 9 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਬਸੰਤ ਰਾਗ ਗਾਉਣ ਦਾ ਸਮਾਂ ਹੈ। ਇਹਦੇ ਵਿੱਚ ਹੀ ਇੱਕ ਬਸੰਤ ਹਿੰਡੋਲ ਹੈ ਜਿਹੜਾ ਝੋਲੇ ਵਾਂਗੂ ਝੁਲਾਵੇ। ਪੁਨ ਆਇਓ ਹਿੰਡੋਲ ਪੰਜ ਨਾਰ ਸੰਗ ਅਸ਼ਟ ਸੁਤ ਉਠੈ ਤਾਨ ਕਲੋਲ। ਸੋ ਇਹ ਮਹਾਰਾਜ ਨੇ ਇਹਦੇ ਵਿੱਚ ਹੀ ਰਾਗ ਲਿਖਿਆ ਹੋਇਆ ਹੈ। ਇਹਦਾ ਕੁਛ ਕੁ ਸੁਰਾਂ ਦਾ ਫਰਕ ਆਉਂਦਾ ਹੈ ਬਸੰਤ ਰਾਗ ਦੇ ਨਾਲੋਂ। ਸੋ ਇਸ ਸ਼ੁਭ ਰਾਗ ਦੀ ਪ੍ਰਾਰੰਭਤਾ ਕਰਦੇ ਹੋਏ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਘਰ ਪਹਿਲਾ ਪਹਿਲੇ ਘਰ ਸੁਰ ਤਾਲ ਦੇ ਵਿੱਚ ਰਹਿਮਤਾਂ ਵਰਤਾ ਰਹੇ ਨੇ। ਚੌਪਦੇ 4-4 ਪਦੀਆਂ ਵਾਲੇ ਸ਼ਬਦ ਪਹਿਲਾਂ ਆਉਣਗੇ। ਦੁਪਦੇ ਦੋ ਤੁਕੇ 2 ਤੁਕਾਂ ਵਾਲੇ ਸ਼ਬਦ ਉਚਾਰਨ ਕਰ ਰਹੇ ਹਨ। ਸੋ ਜਿਹੜਾ ਘਰ ਹੈ ਇਸ ਦਾ ਸੰਬੰਧ ਗਾਉਣ ਵਾਲਿਆਂ ਦੇ ਨਾਲ ਹੈ। ਰਾਗੀ ਸਿੰਘਾਂ ਨੂੰ ਹੁਕਮ ਹੈ ਕਿ ਜਦ ਵੀ ਇਸ ਸ਼ਬਦ ਦਾ ਗਾਇਨ ਕਰਨਾ ਹੈ ਤਾਂ ਪਹਿਲੇ ਘਰ ਵਿੱਚ ਕਰਨਾ ਹੈ। 2 ਤੁਕਾਂ ਵਾਲੇ 4 ਪਦੀਆਂ ਵਾਲੇ ਸ਼ਬਦ ਪ੍ਰਾਰੰਭ ਹੋ ਰਹੇ ਹਨ। ਇਹ ਸਿਰਲੇਖ ਹੈ। ਮੰਗਲ ਸਿਰਲੇਖ ਤੋਂ ਪਹਿਲਾਂ ਹੋਣਾ ਚਾਹੀਦਾ ਪਰ ਹੁਣ ਆ ਰਿਹਾ ਬਾਅਦ ਵਿੱਚ। ਜੋ ਗੁਰੂ ਸਾਹਿਬ ਨੇ ਲਿਖਿਆ ਉਸੇ ਤਰ੍ਹਾਂ ਸ਼ੁੱਧ ਹੈ। ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿ ਆਪਾਂ ਮੰਗਲ ਉੱਪਰ ਕਰ ਦਈਏ। ਇਹ ਗੁਰੂ ਸਾਹਿਬ ਦੀ ਮੌਜ ਹੈ। ਮੈਂ ਸ੍ਰੀ ਗੁਟਕੀ ਸਾਹਿਬ ਦੇ ਦਰਸ਼ਨ ਕੀਤੇ। ਅਸੀਂ ਗਿਆਨੀ ਧਿਆਨੀ ਲੋਕ ਹਾਂ। ਲੋਕਾਂ ਮੁਤਾਬਕ ਬਾਬਾ ਜੀ ਗਿਆਨੀ ਜੀ ਸਾਰੀ ਉਮਰ ਹੋ ਗਈ ਪਾਠ ਕਰਦਿਆਂ, ਯਾਦ ਵੀ ਹੈ। ਪਰ ਮੈਨੂੰ ਖੁਦ ਆਪ ਨੂੰ ਭੁਲੇਖਾ ਪੈ ਜਾਂਦਾ ਕਿ ਗੌੜੀ ਸੁਖਮਨੀ ਮਹੱਲਾ 5ਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ੁੱਧ ਤਾਂ ਇਸ ਤਰ੍ਹਾਂ ਹੈ ਪਰ ਗੁਟਕੀਆਂ 'ਚ ਮੂਰਖ ਬੰਦਿਆਂ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਉੱਪਰ ਲਿਖਤਾ। ਬਹੁਤੀ ਵਿਦਿਆ ਵੀ ਜੇਤਾ ਪੜ੍ਹਿਆ ਤੇਤਾ ਕੱਢਿਆ ਲੋਕ ਕੱਢ ਗਏ ਨੇ। ਜੋ ਮਹਾਰਾਜ ਦੀ ਬਾਣੀ ਨੂੰ ਆਪਦੀ ਮਰਜ਼ੀ ਨਾਲ ਬਦਲ ਰਹੇ ਨੇ। ਸੋ ਸਾਡੇ ਕੋਲ ਕੋਈ ਹੱਕ ਨਹੀਂ ਵੀ ਆਪਾਂ ਚੁੱਕ ਕੇ ਮੰਗਲ ਉੱਪਰ ਕਰ ਦਈਏ। ਹੋਣਾ ਤਾਂ ਉੱਪਰ ਹੀ ਚਾਹੀਦਾ ਨਿਯਮ ਮੁਤਾਬਕ। ਪਰ ਇੱਥੇ ਕੋਈ ਨਿਯਮ ਨਹੀਂ ਚੱਲਦਾ। ਇੱਥੇ ਤਾਂ ਸ਼ਰਧਾ ਹੈ, ਅਧਿਆਤਮਿਕ ਉਪਦੇਸ਼ ਹੈ। ਜੋ ਗੁਰੂ ਜੀ ਦੀ ਮੌਜ ਆਈ ਹੈ ਉਸੇ ਤਰ੍ਹਾਂ ਮਹਾਰਾਜ ਨੇ ਲਿਖਤਾ। ਬਾਕੀ ਨਿਯਮ ਤਾਂ ਗੁਰਬਾਣੀ ਨੇ ਆਪਣੇ ਆਪ ਹੀ ਕੱਢਨੇ ਹਨ। ਗੁਰੂ ਸਾਹਿਬ ਦੇ ਆਪਣੇ ਸੰਕੇਤੀ ਨਿਯਮ ਨੇ। ਇਹਨੂੰ ਅਸੀਂ ਆਪ ਦੀ ਬੁੱਧੀ ਦੇ ਨਾਲ ਬਣਾਈ ਵਿਆਕਰਨ ਦੇ ਨਾਲ ਨਹੀਂ ਤੋੜ ਸਕਦੇ। ਗੁਟਕਿਆਂ ਦੇ ਵਿੱਚ ਕਈਆਂ ਨੇ ਇਸ ਤਰ੍ਹਾਂ ਆਪਦੀ ਮਰਜ਼ੀ ਕੀਤੀ ਹੈ। ਪਰ ਸਾਧ ਸੰਗਤ ਜੀਓ, ਜਦ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪੜ੍ਹੋਗੇ ਤਾਂ ਸੁਖਮਨੀ ਸਾਹਿਬ ਦਾ ਮੰਗਲ ਬਾਅਦ ਵਿੱਚ ਹੀ ਆਊਗਾ, ਸਿਰਲੇਖ ਪਹਿਲਾਂ ਆਊਗਾ। ਇਸੇ ਤਰ੍ਹਾਂ ਇਹ ਵੀ ਇੱਥੇ ਮੰਗਲ ਬਾਅਦ ਵਿੱਚ ਹੈ। ਇਹ ਗੁਰੂ ਮਹਾਰਾਜ ਜੀ ਨੇ ਸ਼ੁੱਧ ਲਿਖਿਆ ਹੈ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਬਦ ਦਾ ਪ੍ਰਕਾਸ਼ਕ ਹੈ। ਸਤਨਾਸ਼ ਤੋਂ ਰਹਿਤ ਨਾਮ ਪ੍ਰਸਿੱਧ ਰੂਪ ਹੈ। ਕਰਤਾ ਪੁਰਖ ਸਾਰੀ ਜਗਤ ਦਾ ਰਚਨਹਾਰ ਪੁਰਖ ਪਰਿਪੂਰਨ ਹੈ। ਨਿਰਭਉ ਭੈ ਤੋਂ ਰਹਿਤ ਹੈ। ਨਿਰਵੈਰ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਸੋ ਮੌਤ ਤੋਂ ਰਹਿਤ
ਉਸ ਦੀ ਮੂਰਤ ਹਸਤੀ ਹੈ, ਉਸ ਦਾ ਸਰੂਪ ਹੈ, ਮਹਾਰਾਜ ਦਾ ਵਜੂਦ ਹੈ। ਇਹ ਨਹੀਂ ਵੀ ਰੱਬ ਦਾ ਕੋਈ ਵਜੂਦ ਨਹੀਂ ਹੈ। ਉਹ ਆਪਦੇ ਸੰਤਾਂ ਭਗਤਾਂ ਨੂੰ ਦਰਸ਼ਨ ਦੇਣ ਲਈ ਅਨੇਕ ਰੂਪ ਖਿਨਮਾਹੇ ਕੁਦਰਤ ਧਾਰਦਾ, ਆਪਦੀ ਸ਼ਕਤੀ ਦੁਆਰਾ ਅਨੇਕਾਂ ਹੀ ਆਪਦੇ ਰੂਪ ਇੱਕ ਖਿਨ ਵਿੱਚ ਹੀ ਧਾਰਨ ਕਰ ਲੈਂਦਾ ਹੈ। ਜੂਨਾਂ ਤੋਂ ਰਹਿਤ ਹੈ, ਸੁਤ ਪ੍ਰਕਾਸ਼ ਰੂਪ ਹੈ, ਗੁਰ ਪ੍ਰਸਾਦ ਗੁਰ ਚੇਤਨ ਅਤੇ ਪ੍ਰਸਾਦ ਆਨੰਦ ਸਰੂਪ ਹੈ। ਐਸੀ ਵਿਸ਼ੇਸ਼ਣਾ ਵਾਲਾ ਪਰਮਾਤਮਾ ਜੇ ਉਹਦੇ ਦਰਸ਼ਨ ਕਰਨੇ ਹੋਣ, ਮਹਾ ਗੁਰ ਪ੍ਰਸਾਦ ਤਾਂ ਉਹ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਿਹੜਾ ਚੇਤਨ ਅਨੰਦ ਸਰੂਪ ਵਾਹਿਗੁਰੂ ਹੈ, ਉਹ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰ ਵਿੱਚ ਦੀ ਆਪ ਤੇ ਆਏ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਕਿਰਪਾ ਕਰਕੇ ਪਰਮਾਤਮਾ ਨਾਲ ਮਿਲਾਉਣ ਵਾਲੇ ਨੇ, ਕਿਉਂਕਿ ਸੱਚਖੰਡ ਦੀਆਂ ਬਰੂਹਾਂ ਦਾ ਕਿਸੇ ਨੂੰ ਪਤਾ ਹੀ ਨਹੀਂ। ਦਰਸ਼ਨ ਹੀ ਗੁਰੂ ਨਾਨਕ ਸਾਹਿਬ ਨੇ ਕਰਵਾਏ ਤੇ ਦਰਵਾਜ਼ਾ ਪਹਿਲਾਂ ਬੰਦ ਸੀਗਾ। ਗੁਰੂ ਨਾਨਕ ਸਾਹਿਬ ਆਖਦੇ ਨੇ ਤਾਂ ਦਰਵਾਜ਼ਾ ਖੁੱਲ੍ਹਦਾ, ਪਹਿਰੇਦਾਰ ਅੱਗੇ ਲੰਘਣ ਨਹੀਂ ਦਿੰਦਾ। ਮਹਾਰਾਜ ਆਪ ਲੰਘਾਉਂਦੇ ਨੇ ਤੇ ਕਹਿੰਦੇ ਭਾਈ ਮੰਝ ਪਹਿਰੇ ਤੇ ਖੜਾ ਹੈ, ਜਪਜੀ ਸਾਹਿਬ ਦਾ ਪਾਠ ਸੁਣਦਾ ਹੈ। ਗੁਰੂ ਨਾਨਕ ਸਾਹਿਬ ਦੇ ਸਿੱਖ ਦੀ ਇਹ ਨਿਸ਼ਾਨੀ ਹੈ ਕਿ ਉਹਨੂੰ ਮੂਲ ਮੰਤਰ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਹੁੰਦਾ ਹੈ। ਰੋਜ਼ ਪੜ੍ਹਦਿਆਂ ਆਪਣੇ ਆਪ ਹੀ ਯਾਦ ਹੋ ਜਾਂਦਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਜਦੋਂ ਯਾਤਰਾ ਤੇ ਜਾਣਾ ਸੀਗਾ, ਅਕਬਰ ਨੂੰ ਆਖਿਆ ਭਾਈ ਸਾਡੇ ਨਾਲ ਸੰਗਤਾਂ ਗਰੀਬ ਸਿੱਖ ਵੀ ਹੁੰਦੇ ਨੇ, ਕਈਆਂ ਕੋਲ ਪੈਸੇ ਨਹੀਂ ਹੁੰਦੇ ਵੀ ਟੈਕਸ ਟੁਕਸ ਨਹੀਂ ਆਪਾਂ ਦੇਣਾ। ਕਹਿੰਦੇ ਮਹਾਰਾਜ ਇੰਨੀ ਜਨਤਾ 'ਚ ਪਹਿਚਾਣ ਕਿਵੇਂ ਹੋਵੇਗੀ ਕਿ ਤੁਹਾਡੇ ਨਾਲ ਦੇ ਨੇ, ਕਿਉਂਕਿ ਤੀਰਥਾਂ ਦੇ ਤਾਂ ਹੋਰ ਵੀ ਬਹੁਤ ਲੋਕ ਆਏ ਹੋਣਗੇ। ਤਾਂ ਗੁਰੂ ਸਾਹਿਬ ਨੇ ਆਖਿਆ ਵੀ ਇੰਜ ਕਰਿਓ, ਜਿਹੜਾ ਸਾਡਾ ਸਿੱਖ ਹੋਵੇਗਾ ਉਹ ਮੂਲ ਮੰਤਰ ਤੁਹਾਨੂੰ ਸਰਵਣ ਕਰਵਾਏਗਾ। ਕਹਿੰਦੇ ਜੀ ਹਾਂ। ਉਹ ਜਿਹੜੇ ਟੈਕਸੀਏ ਮਸੂਲੀਏ ਸਨ, ਜਿਹੜਾ ਕਹਿੰਦਾ ਕਿ ਮੈਂ ਗੁਰੂ ਮਹਾਰਾਜ ਦਾ ਸਿੱਖ ਹਾਂ ਕਿ ਮੈਂ ਟੈਕਸ ਨਹੀਂ ਦੇਣਾ, ਉਹ ਕਹਿੰਦੇ ਮੂਲ ਮੰਤਰ ਸੁਣਾ। ਪਹਿਲਾਂ ਤਾਂ ਸਿੱਖ ਦੀ ਵੈਸੇ ਪਹਿਚਾਣ ਹੁੰਦੀ ਦੂਰੋਂ ਹੀ, ਪਰ ਉਦੋਂ ਕਿਹੜਾ ਕੋਈ ਬਾਣਾ ਸੀਗਾ, ਗਾਤਰਾ ਕਿਰਪਾਨ ਕੰਗਾ ਕੜਾ ਕਸ਼ਹਿਰਾ ਇਹੋ ਜਿਹੀਆਂ ਨਿਸ਼ਾਨੀਆਂ ਨਹੀਂ ਸਨ। ਉਹ ਵਿੱਚ ਪੰਡਤ ਵੀ ਸਾਰੇ ਧਰਮਾਂ ਦੇ ਲੋਕ ਮਹਾਰਾਜ ਦੇ ਨਾਲ ਸਨ, ਪਰ ਕੇਸਾਧਾਰੀ ਜ਼ਰੂਰ ਸਨ। ਤੋ ਕਈ ਤਾਂ ਵੈਸੇ ਪਹਿਚਾਣੇ ਜਾਂਦੇ, ਸਿੱਖ ਦੀ ਦੂਰੋਂ ਹੀ ਪਹਿਚਾਣ ਹੈ, ਪਰ ਜੇ ਤੇ ਉਹਨਾਂ ਨੂੰ ਸ਼ੱਕ ਪੈਂਦਾ ਉਹ ਕਹਿੰਦੇ ਤੂੰ ਮੂਲ ਮੰਤਰ ਸੁਣਾ। ਕਈ ਮੇਰੇ ਵਰਗੇ ਆਮ ਲੋਕਾਂ ਨੇ ਵੀ ਟੈਕਸ ਬਚਾਉਣ ਲਈ ਤੇ ਸਿੱਖਾਂ ਦੇ ਕੋਲੋਂ ਸੁਣ ਕੇ ਮੂਲ ਮੰਤਰ ਯਾਦ ਕਰ ਲਿਆ। ਗੁਰੂ ਸਾਹਿਬ ਦੇ ਨਾਲ ਹੀ ਹੋ ਰਹੇ, ਮੂਲ ਮੰਤਰ ਸੁਣਾਉਂਦੇ ਤੇ ਬੇੜੇ ਪਾਰ ਹੋ ਜਾਂਦੇ। ਇਉਂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ। ਕਿਰਪਾ ਕਿਵੇਂ ਹੋਣੀ ਹੈ? ਐਵੇਂ ਗੱਲਾਂ ਬਾਤਾਂ ਨਾਲ, ਜ਼ਬਾਨੀ ਕਲਾਮੀ ਨਹੀਂ ਹੋਣੀ, ਬਾਣੀ ਪੜ੍ਹਨ ਨਾਲ ਹੋਣੀ ਹੈ। ਇਸ ਲਈ ਸੋ ਆਪਾਂ ਬਾਣੀ ਦਾ ਪਾਠ ਕਰਿਆ ਕਰੀਏ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਦਰਸ਼ਨ ਕਰਾਉਣਗੇ। ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਬੈਠੇ ਹੋਇਆ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਪਾਸੋਂ ਗੁਰਸਿੱਖ ਸੰਗਤਾਂ ਨੇ ਉਪਦੇਸ਼ ਦੀ ਯਾਚਨਾ ਕੀਤੀ। ਤਦੋਂ ਮਾਘ ਦੇ ਮਹੀਨੇ ਦੀ ਸੰਗਰਾਂਦ ਵਾਲਾ ਹੀ ਦਿਨ ਹੋਣ ਕਰਕੇ ਸਤਿਗੁਰੂ ਸਾਹਿਬ ਜੀ ਨੇ ਬਸੰਤ ਰਾਗ ਦੇ ਵਿੱਚ ਵਿਖੋ ਪਾਵਨ ਸ਼ਬਦ ਉਚਾਰਨ ਕੀਤਾ। ਮਹਾਰਾਜ ਨੇ ਵੀ ਮਾਘ ਦੇ ਮਹੀਨੇ ਤੋਂ ਇਸ ਰਾਗ ਦੀ ਆਰੰਭਤਾ ਕੀਤੀ। ਸੰਗਰਾਂਦ ਵਾਲੇ ਦਿਨ ਹੀ ਇਹ ਰਾਗ ਪ੍ਰਾਰੰਭ ਹੋਇਆ ਹੈ। ਇਸ ਰਾਗ ਦੇ ਅੰਦਰ ਬਸੰਤ ਰਾਗ ਦੇ ਵਿੱਚ ਗੁਰੂ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਮਹਾ ਮੁਬਾਰਕੀ। ਇਹ ਭਾਈ ਮਹੀਨਿਆਂ ਵਿੱਚੋਂ ਉਹ ਮਹੀਨਾ ਵਧਾਈ ਯੋਗ ਹੈ, ਚੜ੍ਹਿਆ ਸਦਾ ਬਸੰਤ, ਜਿਸ ਵਿੱਚ ਮਨੁੱਖ ਦੇ ਹਿਰਦੇ ਅੰਦਰ ਹਮੇਸ਼ਾ ਆਨੰਦ ਚੜ੍ਹਿਆ ਰਹਿੰਦਾ ਹੈ। ਇਸੇ ਪ੍ਰਕਾਰ ਮਹਾ ਮੁਬਾਰਕੀ।
ਮਨੁੱਖਾ ਜਨਮ ਰੂਪੀ ਮਹੀਨਾ ਉਹਨਾਂ ਦਾ ਵਧਾਈ ਯੋਗ ਹੈ। ਚੜਿਆ ਸਦਾ ਬਸੰਤ ਜਿਨ੍ਹਾਂ ਦੇ ਚਿੱਤ ਵਿੱਚ ਸਦਾ ਵਾਸਤੇ ਪਰਮਾਤਮਾ ਦੀ ਪ੍ਰਾਪਤੀ ਲਈ ਸ਼ੌਂਕ ਅਵਸਥਾ ਰੂਪ ਬਸੰਤ ਚੜਿਆ ਹੋਇਆ ਹੈ, ਜਾਂ ਜਿਨ੍ਹਾਂ ਨੂੰ ਰੱਬ ਦੇ ਮਿਲਣ ਦਾ ਸ਼ੌਂਕ ਚੜਿਆ ਹੋਇਆ ਹੈ, ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਬਸੰਤ ਵਸ ਜਾਂਦਾ, ਬਸੰਤ ਵਸ ਜਾਂਦਾ ਹੈ। ਪਰ ਫੜ ਚਿਤ ਸਮਾਲ ਸੋਈ ਇਹ ਭਾਈ ਆਪਣੇ ਮਨ ਨੂੰ, ਚਿੱਤ ਨੂੰ ਪ੍ਰਫੁੱਲਤ ਕਰਕੇ, ਜਾਂ ਪਾਰ ਫੜ, ਇਹਦੇ ਜਿਹੜੇ ਪਰ ਖੰਭ ਜੇ ਮਾਰਦਾ ਨਾ ਮਨ, ਉੱਡ ਕੇ ਗੁਰਦੁਆਰੇ ਤੋਂ ਬਾਹਰ ਭੱਜ ਜਾਂਦਾ। ਆਪਾਂ ਇੱਥੇ ਬੈਠੇ ਰਹਿੰਦੇ ਹਾਂ, ਸਾਡਾ ਖੁਦ ਆਪ ਕਥਾ ਕਰ ਜਾਂਦਾ, ਅਰਦਾਸ ਕਰ ਜਾਂਦਾ, ਕਈ ਵਾਰ ਮਾਰ ਕੇ ਖੰਭ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ, ਤੇ ਜੋ ਕੁਝ ਬੋਲੀਦਾ ਉਹ ਕਈ ਵਾਰ ਭੁੱਲ ਜਾਂਦਾ। ਅਰਦਾਸ ਦੇ ਪਹਿਰੇ ਉਲਟ ਪੁਲਟ ਹੋ ਜਾਂਦੇ, ਕਥਾ ਕਰਦਿਆਂ ਉਹ ਗੱਲ ਜਿਹੜੀ ਸੁਣਾ ਰਹੇ ਹੋ ਚੇਤਾ ਭੁੱਲ ਜਾਂਦਾ, ਕਿਉਂਕਿ ਆਪ ਦੇ ਕਾਬੂ ਹੀ ਨਹੀਂ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਖੰਭ ਜੇ ਖੜਕਾ ਕੇ ਦੌੜ ਜਾਂਦਾ ਹੈ। ਇਹਦੇ ਜਿਹੜੇ ਪਰ ਨੇ ਇਹਨਾਂ ਨੂੰ ਫੜਨਾ ਕਰ ਗੁਰਮੁਖਾ, ਚਿੱਤ ਨੂੰ ਸੰਭਾਲ ਕੇ, ਚਿਤਮਨੀਆਂ ਦੇ ਵੱਲੋਂ ਪਕੜ ਕੇ, ਪਰ ਵਿਸ਼ੇਸ਼ ਕਰਕੇ ਵਿਕਾਰਾਂ ਤੇ ਚਿਤਮਨੀਆਂ ਵੱਲੋਂ ਫੜ ਕੇ ਮਹਾਰਾਜ ਕਹਿੰਦੇ ਨੇ ਸਦਾ ਸਦਾ ਗੋਬਿੰਦ। ਉਸ ਗੋਬਿੰਦ ਪਰਮਾਤਮਾ ਨੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਸੰਭਾਲਣਾ ਕਰ, ਸਿਮਰਨਾ ਕਰ। ਸੋ ਮਹਾਰਾਜ ਨੇ ਆਖਿਆ ਹੈ ਕਿ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਜੇ ਤੁਸੀਂ ਸਿਮਰਨ ਕਰੋਗੇ ਨਿਤਾ ਪ੍ਰਤੀ ਕੰਟੀਨਿਊ, ਇੱਕ ਰਸ ਲਗਾਤਾਰ, ਤਾਂ ਤੁਹਾਨੂੰ ਸਿਮਰਨ ਦੇ ਨਾਲ ਸੁਖ ਮਿਲੂਗਾ। ਜੇ ਕਦੀ ਕਰ ਲਿਆ ਕਦੀ ਨਾ ਕਰ ਲਿਆ, ਫਲ ਤਾਂ ਮਿਲੂਗਾ ਪਰ ਆਨੰਦ ਨਹੀਂ ਆਊਗਾ, ਸੁਖ ਨਹੀਂ ਆਊਗਾ। ਕੰਟੀਨਿਊਟੀ ਬਣਾਉਣੀ ਪਊਗੀ। ਥੋੜਾ ਜਿਹਾ ਔਖਿਆਈ ਹੁੰਦੀ ਹੈ ਪਹਿਲਾਂ, ਫਿਰ ਹੌਲੀ ਹੌਲੀ ਜਦ ਗੁਰੂ ਦੀ ਕਿਰਪਾ ਹੋ ਜਾਏ, ਮਨ ਟਿਕ ਜਾਏ, ਫਿਰ ਸਿਰ ਦਰਦ ਨਹੀਂ ਹੁੰਦਾ, ਦਰਦ ਹੋਣੋਂ ਹਟਦਾ ਹੈ। ਗੋਡੇ ਪੀੜ ਨਹੀਂ ਹੁੰਦੇ, ਗੋਡਿਆਂ ਦੀ ਪੀੜ, ਗੋਡਿਆਂ ਦੀ ਦਰਦ ਦੂਰ ਹੁੰਦੀ ਹੈ। ਇਸ ਤਰ੍ਹਾਂ ਇਹ ਮਹਾਰਾਜ ਦਾ ਜਿਹੜਾ ਸਿਮਰਨ ਹੈ ਸਾਧ ਸੰਗਤ ਜੀ ਸੁਖ ਦੇਣ ਵਾਲਾ ਹੈ। ਜੇ ਸਿਮਰਨ ਕਰਦਿਆਂ ਹੀ ਸਿਰ ਪੀੜ ਹੋਣ ਲੱਗ ਪਿਆ, ਜਾਂ ਬੈਠਾ ਨਾ ਗਿਆ, ਗੋਡੇ ਪੀੜ ਹੋਣ ਲੱਗ ਪਿਆ, ਫਿਰ ਲੋਕ ਪਰਲੋਕ ਦਾ ਸੁੱਖ ਕਿਵੇਂ ਦੇਊਗਾ ਜੇ ਸਰੀਰ ਹੀ ਕਸ਼ਟ ਚ ਰਿਹਾ। ਹਾਂ ਇਹ ਗੱਲ ਹੈ ਵੀ ਪਹਿਲੋਂ ਪਹਿਲ ਤਾਂ ਦੁੱਖ ਮਹਿਸੂਸ ਹੁੰਦਾ, ਜਿਸ ਤਰ੍ਹਾਂ ਜਿਹੜੀ ਦਵਾਈ ਹੁੰਦੀ ਹੈ ਕਿੰਨੀ ਔਖੀ ਖਾਧੀ ਜਾਂਦੀ ਹੈ, ਕਿੰਨੀ ਕੌੜੀ ਹੁੰਦੀ। ਨਿਆਣੇ ਬੱਚੇ ਕਈ ਵਾਰ ਬਾਹਰ ਕੱਢ ਦਿੰਦੇ ਨੇ, ਅੰਦਰ ਹੀ ਨਹੀਂ ਲੰਘਦੀ ਕਈਆਂ ਦੇ। ਜਿਹੜਾ ਬੰਦਾ ਬਹੁਤਾ ਬਿਮਾਰ ਹੋਵੇ ਉਹ ਦਵਾਈ ਵੀ ਨਹੀਂ ਅੰਦਰ ਲੰਘਦੀ। ਇਹ ਸਿਮਰਨ ਕਰਨਾ ਹੈ ਤਾਂ ਬੜਾ ਔਖਾ, ਕੀਤਾ ਨਹੀਂ ਜਾਂਦਾ। ਜੀ ਕਰਦਾ ਵੀ ਗੁਟਕਾ ਰੱਖ ਕੇ ਬਾਹਰ ਨੂੰ ਭੱਜ ਜਾਓ, ਬਾਹਰ ਪਤਾ ਨਹੀਂ ਕੀ ਮੇਲਾ ਲੱਗਾ, ਫੜਨ ਨੂੰ ਜੀਵੇ ਨਹੀਂ ਕਰਦਾ, ਚੌਂਕੜਾ ਵੱਜਦਾ ਹੀ ਨਹੀਂ। ਤੋ ਇਸ ਵਾਸਤੇ ਮਨ ਬੜਾ ਖਰਾਬ ਹੈ, ਇਹ ਬਿਮਾਰ ਹੋਇਆ ਪਿਆ, ਵਿਕਾਰਾਂ ਦੀ ਬਿਮਾਰੀ ਲੱਗੀ ਹੋਈ ਆ। ਇਹ ਤਾਂ ਨਹੀਂ ਟਿਕਦਾ, ਪਰ ਦਵਾਈ ਖਾਣੀ ਤਾਂ ਪਊਗੀ, ਅੰਦਰ ਜਾਊਗੀ ਤਾਂ ਆਰਾਮ ਆਊਗਾ। ਟੀਕੇ ਦੇ ਨਾਲ ਹੁੰਦੀ ਤਾਂ ਦਰਦੀ ਆ। ਆ ਜਿਹੜੇ ਕਰੋਨਾ ਦੇ ਲੱਗ ਰਹੇ ਨੇ, ਕਈ ਵਾਰ ਬੰਦੇ ਨੂੰ ਬੁਖਾਰ ਚੜ ਜਾਂਦਾ, ਪਰ ਜੋ ਦਵਾਈ ਅੰਦਰ ਚਲੀ ਗਈ ਕਿਸੇ ਵੀ ਤਰੀਕੇ ਨਾਲ, ਟੀਕੇ ਰਾਹੀਂ ਜਾਂ ਮੂੰਹ ਰਾਹੀਂ, ਆ ਜਿਹੜਾ ਗਲੂਕੋਜ਼ ਨਾੜੀਆਂ ਰਾਹੀਂ, ਮੁੜ ਕੇ ਤਾਂ ਸੁੱਖ ਮਿਲਦਾ ਹੈ। ਤੋ ਇਸ ਤਰ੍ਹਾਂ ਆਖਣ ਔਖਾ ਸਾਚਾ ਨਾਉ ਹੈ ਤਾਂ ਔਖਾ ਹੈ ਗੁਰੂ ਘਰ ਦਾ ਕੰਮ, ਪਰ ਬਾਅਦ ਵਿੱਚ ਜਿਹੜਾ ਸੁੱਖ ਮਿਲਦਾ ਉਹਦਾ ਕੋਈ ਅੰਤ ਨਹੀਂ ਹੈ। ਸਤਿਗੁਰ ਕੀ ਸੇਵਾ ਗਾਖੜੀ, ਗਾਖੜੀ ਮਤਲਬ ਕਠਿਨ ਹੈ, ਕਰਨੀ ਬੜੀ ਔਖੀ ਹੈ। ਸਿਰ ਦੀਜੈ, ਕਈ ਵਾਰ ਸਿਰ ਵੀ ਦੇਣਾ ਪੈਂਦਾ। ਜਿਨ੍ਹਾਂ ਦਾ ਗੁਰਦੁਆਰਾ ਬਣਿਆ ਹੋਇਆ ਇਹ ਸਾਡੇ ਵਾਂਗ ਸੁੱਖ ਦੇ ਨਾਲ ਰਹਿ ਸਕਦੇ ਸੀਗੇ,
ਪਰ ਸੇਵਾ ਕਰਕੇ ਆਪਦਾ ਸੀਸ ਬਲੀਦਾਨ ਦਿੱਤਾ। ਕਿੰਨੀ ਔਖਿਆਈ ਦੇ ਦਿਨ ਕੱਟੇ। ਸੋ ਸਫ਼ਰ ਦੇ ਵਿੱਚ ਭੁੱਖਣ ਬਾਣੇ, ਬੜੀਆਂ ਮੁਸ਼ਕਲਾਂ ਦੇ ਵਿੱਚ, ਤੇ ਪਰ ਹੁਣ ਉਹਨਾਂ ਦੀ ਪੂਜਾ, ਉਹਨਾਂ ਦਾ ਸਤਿਕਾਰ, ਉਹਨਾਂ ਦਾ ਨਾਮ ਅਮਰ ਹੈ। ਸਿਰ ਦੀਜੈ ਆਪ ਗਵਾਏ। ਸੋ ਸਤਿਗੁਰੂ ਕੀ ਸੇਵਾ ਚਾਕਰੀ ਜਿਹੜੀ ਚਾਅ ਦੇ ਨਾਲ ਕਰਨੀ ਹੈ, ਸਤਿਗੁਰੂ ਦੀ ਸੇਵਾ, ਸੁਖੀ ਹੋ ਸੁਖ ਸਾਰ, ਇਹ ਸ੍ਰੇਸ਼ਟ ਸੁੱਖਾਂ ਵਿੱਚੋਂ ਸ੍ਰੇਸ਼ਟ ਸੁਖ ਦੇਣ ਵਾਲੀ ਹੈ। ਇੱਥੇ ਮਿਲਣ ਵਡਿਆਈਆਂ ਦਰਗਾਹ ਮੁਖ ਦੁਆਰ। ਇੱਥੇ ਗੁਰੂ ਘਰ ਵਿੱਚ ਵਡਿਆਈਆਂ ਮਿਲਦੀਆਂ ਤੇ ਦਰਗਾਹ ਦੇ ਵਿੱਚ ਮੁਖ ਉਜਲਾ ਹੁੰਦਾ ਹੈ। ਸੇਵਾ ਤੇ ਸਿਮਰਨ ਦੋ ਚੀਜ਼ਾਂ ਨੇ ਜਿਹਦੇ ਨਾਲ ਇਨਸਾਨ ਪਾਰ ਉਤਰ ਸਕਦਾ। ਸੁਖ ਸੇਵਾ ਅੰਦਰ ਰੱਖਿਆ, ਸੇਵਾ ਦੇ ਵਿੱਚ ਵੀ ਸੁਖ ਹੈ ਤੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਮਹਾਰਾਜ ਦੇ ਨਾਮ ਦੇ ਵਿੱਚ ਵੀ ਸੁਖ ਹੈ। ਇਸ ਲਈ ਮਹਾਰਾਜ ਨੇ ਬਚਨ ਕੀਤਾ ਹੈ ਕਿ ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੋ ਸੁਖ ਸਾਰ, ਇੱਥੇ ਮਿਲਣ ਵਡਿਆਈਆਂ ਦਰਗਾਹ ਮੁਖ ਦੁਆਰ। ਇੱਕ ਸੇਵਾ ਨਾਲ ਵਡਿਆਈਆਂ ਮਿਲਦੀਆਂ ਤੇ ਦਰਗਾਹ 'ਚ ਮੁਖ ਉਜਲਾ ਹੁੰਦਾ, ਦੂਜਾ ਸਿਮਰਨ ਦੇ ਨਾਲ। ਜਿਨੀ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਤਿਨ ਕੇ ਮੁਖ ਸਦ ਉਜਲੇ, ਤਿਤ ਸੱਚਾ ਦਰਬਾਰ। ਤੇ ਸੱਚੇ ਵਾਹਿਗੁਰੂ ਦਰਬਾਰ 'ਚ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ ਜਿਹੜੇ ਸਿਮਰਨ ਕਰਦੇ। ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਲਈ ਸੋ ਚਿੱਤ ਨੂੰ ਚਿਤਮਨੀਆਂ ਦੇ ਵੱਲੋਂ, ਵਿਕਾਰਾਂ ਦੇ ਵੱਲੋਂ ਰੋਕ ਕੇ ਉਸ ਪਰਮਾਤਮਾ ਨੂੰ ਹਮੇਸ਼ਾ ਹਮੇਸ਼ਾ ਲਈ ਸੰਭਾਲਣਾ ਕਰ। ਨਿਤਾ ਪ੍ਰਤੀ ਕੰਟੀਨਿਊ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਜੇ ਰਸ ਲੈਣਾ, ਆਨੰਦ ਬਣਾਉਣਾ, ਤਾਂ ਫਿਰ ਲਗਾਤਾਰ ਕਾਫੀ ਟਾਈਮ ਕਰਨਾ ਪਊਗਾ। ਜਿਵੇਂ ਗੁਰਬਾਣੀ ਦੀ ਸੰਥਿਆ ਕਰਨ ਲਈ 10 ਵਾਰ ਤਾਂ ਲਾਜ਼ਮੀ ਪੜ੍ਹਨਾ ਪੈਂਦਾ, 25 ਵਾਰ ਵੀ ਕਈ ਪੜ੍ਹਦੇ। ਤੇ ਮੁੜ ਕੇ ਜਦੋਂ ਪਾਠ ਚਲੰਤ ਹੋ ਜਾਏ, ਮੁੜ ਕੇ ਆਪਦੀ ਰੌਲ ਲਾਓ ਤੇ ਭਾਵੇਂ ਸੌਂ ਜਾਓ, ਭਾਵੇਂ ਤੁਰੇ ਫਿਰੋ ਚੰਡੀਗੜ੍ਹ, ਆਪਦੇ ਕੰਮ ਕਰੋ, ਮੁੜ ਕੇ ਆ ਕੇ ਫਿਰ ਰੌਲ ਤੇ ਡਿਊਟੀ ਲਾਓ। ਪਰ ਨਵਾਂ ਮਿਹਨਤ ਕਰਨੀ ਪੈਂਦੀ ਹੈ ਹਰੇਕ ਕੰਮ ਲਈ। ਕਿਸੇ ਵੀ ਕੰਮ ਨੂੰ ਸਿੱਖਣ ਲਈ ਉਹਦਾ ਅਭਿਆਸ ਕਰਨਾ ਪੈਂਦਾ ਹੈ। ਬੱਚੇ 16-16 ਘੰਟੇ ਪੜ੍ਹਾਈ ਕਰਦੇ ਨੇ, ਜਦ ਜੱਜ ਲੱਗ ਜਾਣ, ਵਕੀਲ ਬਣ ਜਾਣ, ਮੁੜ ਕੇ ਆਪਦੀਆਂ ਮੌਜਾਂ ਮਾਣੋ। ਪੜ੍ਹ ਲਿਆ ਠੀਕ ਹੈ, ਨੌਕਰੀ ਲੱਗ ਗਈ, ਆਪਦੀ ਖੱਟੀ ਕਮਾਈ ਪੈਸੇ ਬੋਝੀ 'ਚ ਪਾਓ, ਸੁੱਖ ਲਓ, ਆਨੰਦ ਕਰੋ। ਤੋ ਇਸੇ ਤਰ੍ਹਾਂ ਜੀ ਮਹਾਰਾਜ ਦੀ ਕਿਰਪਾ ਹੋ ਗਈ। ਜਿਵੇਂ ਧਰੂਵ ਨੇ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਬਖਸ਼ਿਸ਼ ਲਈ, ਤੇ 40,000 ਸਾਲ ਉਹਨੇ ਮਹਾਰਾਜ ਦੇ ਕੋਲੋਂ ਰਾਜ ਦਾ ਵਰ ਲਿਆ। ਇਸੇ ਤਰ੍ਹਾਂ ਭਗਤ ਪ੍ਰਹਿਲਾਦ ਦੇ ਉੱਪਰ ਬਖਸ਼ਿਸ਼ ਹੋਈ। ਇਉਂ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੋਚਾ। ਮਹਾਰਾਜ ਨੇ ਸਿਮਰਨ ਦੀਆਂ ਬਰਕਤਾਂ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੇ ਵਿੱਚ ਦਰਜ ਕੀਤੀਆਂ ਨੇ। ਜਿਹੜਾ 8 ਪੈਰ ਨਾਮ ਜਪਣ ਲੱਗ ਪੈਂਦਾ ਉਹ ਬ੍ਰਹਮ ਗਿਆਨੀ ਬਣ ਜਾਂਦਾ। 101 ਜਪਜੀ ਸਾਹਿਬ ਦੇ ਪਾਠ ਕਰਨ ਵਾਲਾ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਹਾਸਲ ਕਰ ਲੈਂਦਾ। ਜੇ ਮਹਾਰਾਜ ਨੂੰ ਭਾਏ ਤਾਂ ਪ੍ਰਕਾਸ਼, ਬ੍ਰਹਮ ਗਿਆਨ ਦਾ ਚਾਨਣ ਮਹਾਰਾਜ ਦੀ ਬਾਣੀ ਪੜ੍ਹਨ ਤੋਂ ਪ੍ਰਾਪਤ ਹੋ ਜਾਂਦਾ ਹੈ। ਪਰ ਜੇ ਆਪਾਂ ਕਹੀਏ ਵੀ ਇੱਕ ਪਾਠ ਕਰ ਲਿਆ ਤੇ ਅਸੀਂ ਬ੍ਰਹਮ ਗਿਆਨੀ ਬਣ ਜਾਵਾਂਗੇ, ਉਹ ਗੱਲ ਨਹੀਂ ਬਣਦੀ। ਇਹ ਨਹੀਂ ਵੀ ਬਾਣੀ 'ਚ ਫਰਕ ਹੈ, ਪਾਠ ਇੱਕ 'ਚ ਵੀ ਬੜੀ ਤਾਕਤ ਹੈ, ਪਰ ਸਾਡਾ ਮਨ ਹੀ ਨਹੀਂ ਟਿਕੂਗਾ। ਪਹਿਲੋਂ ਪਹਿਲ ਪਤਾ ਹੀ ਨਹੀਂ ਲੱਗੂਗਾ। ਮੇਰਾ ਤਾਂ ਕਈ ਵਾਰ ਉਹ ਰਹਿ ਰਸ ਦਾ ਟਾਈਮ ਹੁੰਦਾ ਤੇ ਜਦੋਂ ਕੀਤੀ ਛੁੱਟੀ ਨਾਲ ਕਹਿ ਕੇ ਫਤਿਹ ਬੁਲਾਈ ਦੀ ਸੋਚੀਦਾ ਵੀ ਹੈ ਟਾਈਮ ਤਾਂ ਰਹਿ ਰਸ ਦਾ ਹੋਇਆ। ਸੰਪੂਰਨ ਜਪਜੀ ਸਾਹਿਬ ਹੋ ਗਿਆ। ਸ਼ੁਰੂ ਤਾਂ ਰਹਿ ਰਸ ਕੀਤੀ ਸੀਗੀ, ਉਹ ਸੋਦਰ ਤੋਂ ਅੱਗੇ ਮੁੜ ਕੇ ਫਿਰ ਜਪਜੀ ਸਾਹਿਬ, ਮੰਦਾ ਸੰਤੋਖ ਚੱਲ ਪੈਂਦਾ, ਮਨ ਨਹੀਂ ਟਿਕਿਆ। ਵੇਲਾ ਜਪਜੀ ਸਾਹਿਬ ਦਾ ਹੈ ਤੇ ਪੜ੍ਹੀ ਜਾਈਦੀ ਰਹਿ ਰਸ। ਕਈ ਵਾਰ ਰਹਿ ਰਸ ਦੇ ਵਿੱਚ 40 ਦੀਆਂ 40 ਪੌੜੀਆਂ ਆਨੰਦ ਸਾਹਿਬ ਦੀਆਂ ਹੋ ਜਾਂਦੀਆਂ। ਮੁੜ ਕੇ ਬੰਦਾ ਸੋਚਦਾ ਵੀ ਕਦੋਂ ਦੀ ਰਹਿ ਰਸ ਸ਼ੁਰੂ ਕੀਤੀ, ਜੇ ਸਮਾਪਤੀ ਨਹੀਂ ਹੋਈ। ਜਦੋਂ ਫਿਰ ਧਿਆਨ ਆਉਂਦਾ ਵੇਖੀਦਾ ਵੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਜ਼ਬਾਨ ਬਾਣੀ ਪੜ੍ਹੀ ਜਾਂਦੀ ਆ,
ਜ਼ਬਾਨ ਚਲੰਤ ਹੈ ਬਾਣੀ 'ਚ, ਤੇ ਪਰ ਮਨ ਨਹੀਂ ਉੱਥੇ ਹਾਜ਼ਰ ਹੋਇਆ। ਆਨੰਦ ਸਾਹਿਬ ਦਾ ਪਾਠ 5 ਪੌੜੀਆਂ ਤੋਂ ਬਾਅਦ 6ਵੀਂ ਪੌੜੀ ਰਹਿਰਾਸ ਦੇ ਵਿੱਚ 6 ਪੌੜੀਆਂ ਹੀ ਨੇ, ਪਰ ਪੜ੍ਹਦੀਆਂ 40 ਪੌੜੀਆਂ। ਤੋ ਇਸ ਵਾਸਤੇ ਗੱਲ ਤਾਂ ਮਨ ਦੀ ਸਥਿਤੀ ਦੀ ਹੈ। ਸੋ ਜੇ ਮਹਾਰਾਜ ਦੀ ਕਿਰਪਾ ਲੈਣੀ ਹੈ ਤੇ ਫਿਰ ਜਪਜੀ ਸਾਹਿਬ ਦੇ ਪਾਠ 5, 10, 11, 20, 25, 51, 101 ਸੋ ਜਿੰਨੇ ਮਹਾਰਾਜ ਕਰਾਏ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ। ਸੁਖਮਨੀ ਸਾਹਿਬ ਦੇ ਪਾਠ 1, 2, 3, 4, 5 ਜਿੰਨੇ ਵੀ ਹੋ ਜਾਣ। ਸੋ ਜੇ ਵਾਹਿਗੁਰੂ ਮੰਤਰ ਦਾ ਜਾਪ ਹੈ ਫਿਰ 8 ਪੈਰ, 8 ਪੈਰ ਇੱਕ ਤੇ ਲਿਵੈ ਮੰਨੇ ਨ ਹੁਕਮ ਅਪਾਰ। 8 ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ। ਜੇ ਭਗਤ ਬਣਨਾ ਤਾਂ। ਤੇ ਜੇ ਉਹ ਜਿਸ ਤਰ੍ਹਾਂ ਡਰਾਈਵਰ ਕਰਦੇ ਨੇ, ਗੱਡੀ ਨੂੰ ਧੋਤਿਆ, ਮਾੜਾ ਲੀਰ ਲੂਰ ਮਾਰੀ, ਪਾਣੀ ਪੂਣੀ ਛਿੜਕਿਆ, ਸਟਾਰਟ ਕੀਤੀ ਤੇ ਉਹ ਟੇਬਰ ਕੱਢ ਲਾਤੀ। ਜਿਸ 'ਚ ਕੋਈ ਜਪਜੀ ਸਾਹਿਬ ਦਾ ਪਾਠ ਜਾਂ ਕੋਈ ਸ਼ਾਮ ਨੂੰ ਰਹਿਰਾਸ ਜਾਂ ਕੋਈ ਗੁਰੂ ਨਾਨਕ ਸਾਹਿਬ ਦਾ ਗੀਤ ਲਾਤਾ। ਅੱਜ ਜਿਸ ਤਰ੍ਹਾਂ ਗਾਉਣ ਵਾਲੇ ਕਰਦੇ ਨੇ, ਮਿੰਟ ਕੁ ਮੰਗਲ ਕਰਕੇ ਮਹਾਰਾਜ ਦਾ ਨਾਮ ਲੈ ਕੇ ਮੁੜ ਕੇ ਆਪ ਦਾ ਨਾਚ ਗਾਣਾ। ਇਹ ਸਾਰੀ ਦਿਹਾੜੀ ਖੱਚਾਂ ਗੱਲਾਂ ਬਾਤਾਂ ਗੱਪਾਂ ਦੇ ਵਿੱਚ ਉਹਦੇ ਨਾਲ ਕਿਰਪਾ ਨਹੀਂ ਹੁੰਦੀ। ਸਮਾਂ ਤਾਂ ਸਬਰ ਹੈ ਜਿੰਨਾ ਕੀਤਾ। ਸੋ ਜੇ ਕਿਰਪਾ ਬਖਸ਼ਿਸ਼ ਲੈਣੀ ਹੈ ਮਹਾਰਾਜ ਦੀ, ਆਨੰਦ ਤੇ ਸੁਖ ਲੈਣਾ ਹੈ, ਫਿਰ ਨਿਸ਼ਕਾਮਤਾ ਦੇ ਨਾਲ ਜਾਪ ਕਰਨਾ ਪਊਗਾ। ਪਾਤਸ਼ਾਹ ਜੀ ਦਾ ਬਚਨ ਹੈ ਕਿ ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਇਸ ਲਈ ਪਰ ਫੜ ਚਿਤ ਸਮਾਰ ਸੋਏ। ਜਿਹੜਾ ਪਰ ਮਾਰਦਾ ਹੈ ਇਹਨੂੰ ਫੜ ਕੇ ਰੱਖ, ਕਾਬੂ 'ਚ ਰੱਖ। ਪਰ ਵਿਸ਼ੇਸ਼ ਕਰਕੇ ਵਿਕਾਰਾਂ ਵੱਲੋਂ, ਚੇਤਨੀਆਂ ਵੱਲੋਂ ਫੜ ਕੇ, ਚਿੱਤ ਨੂੰ ਸੰਭਾਲ ਕੇ ਉਸ ਪਰਮਾਤਮਾ ਨੂੰ, ਗੋਬਿੰਦ ਨੂੰ ਸਦਾ ਸਦਾ ਸੰਭਾਲਣਾ ਕਰ। ਮਤਲਬ ਉਸ ਦਾ ਸਿਮਰਨ ਕਰ। ਭੁਲਿਆ ਮੈਂ ਸੁਰਤ ਵਿਸਾਰ। ਆਪਾਂ ਦੁਨੀਆ ਵੱਲੋਂ ਤਾਂ ਬੜੇ ਸਿਆਣੇ ਆ, ਪਰ ਗੁਰਮਤਿ ਵੱਲੋਂ ਭੋਲੇ ਹਾਂ। 10 ਪਾਤਸ਼ਾਹੀਆਂ ਦਾ ਨਾਮ ਨਹੀਂ ਆਉਂਦਾ, ਹੋਰ ਧਰਮ ਦੀ ਕੋਈ ਖਾਸ ਜਾਣਕਾਰੀ ਨਹੀਂ ਹੈ, ਭੋਲੇ ਬਣੇ ਹੋਏ ਹਾਂ। ਮਹਾਰਾਜ ਕਹਿੰਦੇ ਹੇ ਭੋਲਿਆ ਅਗਿਆਤ ਪੁਰਖਾ, ਹੰਗਤਾ ਮਮਤਾ ਵਾਲੀ ਬਿਰਤੀ ਨੂੰ ਭੁਲਾਉਣਾ ਕਰ, ਜਾਂ ਹਉਮੈ ਦੀ ਸ੍ਰੇਸ਼ਟ ਪ੍ਰੀਤੀ ਭੁਲਾਉਣਾ ਕਰ, ਜਾਂ ਇਸ ਹਉਮੈ ਨੇ ਤੇਰੇ ਅੰਦਰੋਂ ਪਰਮਾਤਮਾ ਦੀ ਸੁਰਤ ਗਿਆਤ ਵਿਸਾਰ ਛੱਡੀ ਹੈ, ਇਸ ਨੂੰ ਭੁਲਾ ਦੇ। ਹਉਮੈ ਮਾਰ ਵਿਚਾਰ ਮਨ। ਹੇ ਭਾਈ, ਹੰਗਤਾ ਮਮਤਾ ਵਾਲੀ ਬਿਰਤੀ ਨੂੰ ਮਾਰ ਕੇ, ਨਿਵਰਤ ਕਰਕੇ ਆਪਣੇ ਮਨ ਹਿਰਦੇ ਅੰਦਰ ਸਰੂਪ ਦੀ ਵਿਚਾਰ ਕਰ। ਗੁਣ ਵਿੱਚ ਗੁਣ ਲੈ ਸਾਰ। ਅਤੇ ਸ਼ਰਧਾ ਆਦਿ ਗੁਣਾਂ ਦੇ ਵਿੱਚੋਂ ਗਿਆਨ ਆਦਿ ਸ੍ਰੇਸ਼ਟ ਗੁਣ ਲੈਣਾ ਕਰ, ਪ੍ਰਾਪਤ ਕਰ। ਜਾਂ ਹਿਰਦੇ ਵਿੱਚ ਸ਼ਰਧਾ ਆਦਿ ਗੁਣਾਂ ਦੇ ਸਹਿਤ ਹੋ ਕੇ ਗੁਰਾਂ ਪਾਸੋਂ ਸਾਰੂ ਬ੍ਰਹਮ ਦਾ ਗਿਆਨ ਲੈਣਾ ਕਰ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕਰਮ ਪੀੜ ਸਾਖਾ ਹਰੀ। ਹੇ ਭਾਈ, ਅੰਤਿਕਰਨ ਧਰਤੀ ਤੇ ਅੰਦਰ ਸ਼ਰਧਾ ਰੂਪੀ ਬੀਜ ਬੀਜਣਾ ਕਰ। ਫਿਰ ਸ਼ਰਧਾ ਦੁਆਰਾ ਅਭਿਆਸ ਕਰਨ ਰੂਪ ਅੰਕੁਰ ਪੈਦਾ ਹੋਵੇਗਾ। ਇਸ ਵਿੱਚ ਨਿਸ਼ਕਾਮ ਕਰਮਾਂ ਰੂਪੀ ਪੇੜ ਬਣੇਗਾ। ਪੇੜ ਹਿੰਦੀ ਵਿੱਚ ਕਹਿੰਦੇ ਨੇ ਤੇ ਪੰਜਾਬੀ 'ਚ ਦਰਖਤ ਕਹਿੰਦੇ ਆ। ਬ੍ਰਿਕਸ਼ ਬਣੇਗਾ। ਫਿਰ ਹਰੀ ਪ੍ਰਭੂ ਦੀਆਂ ਉਪਾਸਨਾ ਭਗਤੀ ਰੂਪ ਜਿਹੜੀਆਂ ਸਾਖਾ ਟਹਿਣੀਆਂ ਨਿਕਲਣਗੀਆਂ। ਧਰਮ ਫੁੱਲ ਫਲ ਗਿਆਨ। ਅਤੇ ਧਰਮ ਦੀ ਕਿਰਤ, ਧਰਮ ਦੇ ਨਿਯਮਾਂ ਵਿੱਚ ਪਰਪੱਕ ਹੋਣ ਰੂਪ ਫੁੱਲ ਅਤੇ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੋਵੇਗੀ। ਪਤ ਪ੍ਰਾਪਤ ਛਾਵ ਘਣੀ। ਪ੍ਰਤਿਸ਼ਠਾ ਦੀ ਪ੍ਰਾਪਤੀ ਰੂਪ ਪੱਤੇ ਲੱਗਣਗੇ ਅਤੇ ਬਹੁਤ ਸਾਰੀ ਘਣੀ ਹਰਿਆਣਵੀ ਬੋਲੀ ਹੈ, ਸ਼ਾਂਤੀ ਰੂਪ ਸ਼ਾਨ ਦੀ ਪ੍ਰਾਪਤੀ ਹੋਵੇਗੀ।
ਹੋਵੇ ਆਨੰਦ ਘਣਾ, ਬਹੁਤਾ ਆਨੰਦ, ਬਹੁਤੀ ਸ਼ਾਂਤੀ, ਜਿਸ ਨਾਲ ਕਾ ਮਨ ਅਭਿਮਾਨ, ਮਨ ਦੇ ਵਿੱਚੋਂ ਅਭਿਮਾਨ ਹੰਕਾਰ ਨਿਵਰਤ ਹੋਣ ਰੂਪ ਤਪਸ਼ ਮਿਟ ਜਾਵੇਗੀ। ਅੱਖੀ ਕੁਦਰਤ ਕੰਨੀ ਬਾਣੀ, ਅੱਖਾਂ ਨਾਲ ਪ੍ਰਮਾਤਮਾ ਦੀ ਸ਼ਕਤੀ ਦੇਖਣਾ ਕਰ, ਕੰਨਾਂ ਦੁਆਰਾ ਉਸ ਪ੍ਰਮਾਤਮਾ ਦੀ ਜਸ ਰੂਪ ਬਾਣੀ ਸਰਵਣ ਕਰ। ਮੁਖ ਆਖਣ ਸਚ ਨਾਮ, ਅਤੇ ਮੁਖ ਮੂੰਹ ਰਸਨਾ ਦੁਆਰਾ ਉਸ ਪ੍ਰਭੂ ਦਾ ਸੱਚਾ ਨਾਮ ਹੀ ਆਖਣਾ ਕਹਿਣਾ ਕਰ। ਪਤ ਕਾ ਧਨ ਪੂਰਾ ਹੁਆ, ਇਹ ਭਾਈ ਜਿਸ ਨੇ ਵੀ ਇਸ ਪ੍ਰਕਾਰ ਸ਼ੁਭ ਗੁਣ ਧਾਰਨ ਕੀਤੇ ਨੇ, ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਵਾਲੀ ਪ੍ਰਤਿਸ਼ਠਾ ਦਾ ਪੂਰਨ ਧਨ ਪ੍ਰਾਪਤ ਹੋਇਆ ਹੈ। ਜਾਂ ਪਤੀ ਪਰਮਾਤਮਾ ਦਾ ਪੂਰਨ ਬ੍ਰਹਮਾਨੰਦ ਰੂਪ ਧਨ ਪ੍ਰਾਪਤ ਹੋਇਆ ਹੈ। ਲਾਗਾ ਸਹਿਜ ਧਿਆਨ, ਅਤੇ ਸਹਿਜ ਸਰੂਪ ਦੇ ਵਿੱਚ ਧਿਆਨ ਲੱਗਿਆ ਹੋਇਆ ਹੈ। ਮਹਾਰੁਤੀ ਆਵਣਾ, ਜਿਵੇਂ ਮਹੀਨੇ ਅਤੇ ਰੁੱਤਾਂ ਦਾ ਆਉਣਾ ਜਾਣਾ ਹੁੰਦਾ ਰਹਿੰਦਾ ਹੈ। ਦੇਖੋ ਕਰਮ ਕਮਾਈ, ਇਉਂ ਹੀ ਸਕਾਮ ਕਰਮੀਆਂ ਦਾ ਗੇੜ ਪਿਆ ਰਹਿੰਦਾ ਹੈ। ਭਾਵੇਂ ਸਕਾਮ ਕਰਮਾਂ ਨੂੰ ਕਮਾ ਕੇ ਦੇਖ ਲਵੋ, ਭਾਵ ਜੰਮਦੇ ਮਰਦੇ ਰਹੋਗੇ। ਨਾਨਕ ਹਰੇ ਨਾ ਸੁਕਹੀ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਪ੍ਰੇਮ ਸ਼ੁਭ ਗੁਣਾਂ ਦੀ ਹਰਿਆਵਲਤਾ ਕਰਕੇ ਹਰੇ ਭਰੇ ਰਹਿੰਦੇ ਨੇ। ਹਰ ਕਾ ਨਾਮ ਧਿਆਈ ਕੈ ਉਹ ਹਰਿਆ ਭਾਈ। ਬਸੰਤ ਰੁੱਤ ਵਿੱਚ ਸਾਰਾ ਕੁਝ ਹਰਿਆ ਭਰਿਆ ਹੁੰਦਾ ਹੈ, ਬਨਸਪਤੀ ਪ੍ਰਫੁੱਲਤ ਹੁੰਦੀ ਹੈ। ਇਉਂ ਸ਼ੁਭ ਗੁਣਾਂ ਦੇ ਨਾਲ ਹਰਿਆਵਲਤਾ ਦੇ ਨਾਲ ਭਰੇ ਰਹਿੰਦੇ ਨੇ। ਕਦੇ ਵੀ ਹੰਕਾਰ ਦੇ ਸਹਿਤ ਹੋਣ ਰੂਪ ਨਾ ਸੁੱਕਹੀ, ਸੁੱਕਦੇ ਨਹੀਂ। ਭਾਵ ਜਿਵੇਂ ਸੁੱਕਾ ਬ੍ਰਿਕਸ਼ ਸਿੱਧਾ ਖੜਾ ਰਹਿੰਦਾ, ਇਉਂ ਹੰਕਾਰ ਨਾਲ ਆਕੜਦੇ ਨਹੀਂ ਹਨ। ਜੇ ਗੁਰਮੁਖ ਰਹੇ ਸਮਾਏ, ਜਿਹੜੇ ਗੁਰਮੁਖ ਬਣ ਕੇ ਗੁਰਾਂ ਦੁਆਰਾ ਪ੍ਰਭੂ ਦੇ ਸਰੂਪ ਦੇ ਵਿੱਚ ਸਮਾ ਰਹੇ, ਲੀਨ ਹੋ ਰਹੇ ਹਨ। ਮਹਲਾ ਪਹਿਲਾ ਬਸੰਤ, ਬਸੰਤ ਰੁੱਤ ਦਾ ਦ੍ਰਿਸ਼ਟਾਂਤ ਦੇ ਕੇ ਪਰਮਾਤਮਾ ਦੇ ਸਨਮੁਖ ਬੇਨਤੀ ਕਰਨ ਦੀ ਜਾਚ ਸਿਖਾਲਦੇ ਸਤਿਗੁਰੂ ਨਾਨਕ ਦੇਵ ਜੀ ਇਹ ਅਗਲਾ ਦੂਸਰਾ ਸ਼ਬਦ ਉਚਾਰਨ ਕਰ ਰਹੇ ਹਨ। ਰੁੱਤ ਆਈਲੇ ਸਰਸ ਬਸੰਤ ਮਾਈ, हे ਪ੍ਰਭੂ, ਜਿਨ੍ਹਾਂ ਨੂੰ ਮਨੁੱਖਾ ਦੇ ਰੂਪ ਬਸੰਤ ਰੁੱਤ ਆ ਕੇ ਪ੍ਰਾਪਤ ਹੋਈ ਹੈ ਅਤੇ ਸਹਿਤ ਰਸ ਸਹਿਤ ਪ੍ਰੇਮ ਦੇ ਸ਼ੌਂਕ ਅਵਸਥਾ ਰੂਪ ਮਹੀਨਾ ਚੜਿਆ ਹੋਇਆ ਹੈ। ਰੰਗ ਰਾਤੀ ਰਵੈ ਸੇ ਤੇਰਾ ਚਾਈ, हे ਪ੍ਰਭੂ, ਉਹ ਤੇਰੇ ਚਾਅ ਉਤਸ਼ਾਹ ਦੇ ਨਾਲ ਰੰਗ ਪ੍ਰੇਮ ਦੇ ਵਿੱਚ ਰੰਗੇ ਹੋਏ ਤੇਰਾ ਨਾਮ, ਤੇਰਾ ਜਸ, ਤੇਰੇ ਗੁਣ ਉਚਾਰਨ ਕਰਦੇ ਹਨ। ਕਿਸ ਪੂਜ ਚੜਾਵੋ ਲੱਗਾ ਉਪਾਈ, हे ਪ੍ਰਭੂ, ਤੇਰੇ ਤੋਂ ਬਿਨਾਂ ਮੈਂ ਕਿਸ ਮੂਰਤੀ ਦੀ ਪੂਜਾ ਕਰਾਂ, ਕਿਸ ਅੱਗੇ ਫੁੱਲ ਚੜਾਉਣਾ ਕਰਾਂ ਤੇ ਕਿਸ ਦੇ ਪੈਰੀਂ ਲੱਗਣਾ ਕਰਾਂ। ਭਾਵ ਮੈਂ ਤੈਨੂੰ ਹੀ ਪੂਜਨਾ ਕਰਦਾ ਹਾਂ ਤੇ ਤੇਰੇ ਹੀ ਪੈਰੀਂ ਲੱਗਦਾ ਹਾਂ। ਤੇਰਾ ਦਾਸਨ ਦਾਸਾ ਕਹੋ ਰਾਈ, हे ਰਾਏ ਪ੍ਰਕਾਸ਼ ਰੂਪ ਪ੍ਰਮਾਤਮਾ, ਮੈਂ ਆਪਣੇ ਆਪ ਨੂੰ ਤੇਰਾ ਦਾਸਾਂ ਸੇਵਕਾਂ ਦਾ ਸੇਵਕ ਕਹਿੰਦਾ ਹਾਂ, ਜਾਂ ਮੈਂ ਸੇਵਕਾਂ ਦਾ ਸੇਵਕ ਹੋ ਕੇ ਤੇਰਾ ਜਸ ਕਹਿੰਦਾ ਹਾਂ। ਜਗ ਜੀਵਨ ਜੁਗਤ ਨ ਮਿਲੈ ਕਾਈ, ਇਹ ਜਗਤ ਦੇ ਜੀਵਨ ਨੂੰ ਪਰਮਾਤਮਾ ਤੂੰ ਦਾਸਾ ਭਾਵ ਧਾਰਨ ਕੀਤੇ ਤੋਂ ਬਿਨਾਂ ਹੋਰ ਕਿਸੇ ਸਾਧਨਾ ਆਦਿ ਦੀਆਂ ਜੁਗਤੀਆਂ ਕਰਕੇ ਨਹੀਂ ਮਿਲਦਾ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਤੇਰੀ ਮੂਰਤ ਏਕਾ ਬਹੁਤ ਰੂਪ, हे ਪ੍ਰਭੂ, ਨਿਰਗੁਣ ਸਰੂਪ ਦੇ ਵਿੱਚ ਤੇਰੀ ਇੱਕ ਹੀ ਮੂਰਤ ਹਸਤੀ ਹੈ ਤੇ ਸਰਗੁਣ ਸਰੂਪ ਦੇ ਵਿੱਚ ਤੇਰੇ ਬਹੁਤੇ ਰੂਪ ਨੇ।
गगन में ताल रव चंद दीपक बन तारका मंडल जनक मोती धूप मल पवन चबरो कर सगल बन राय बुलंद ज्योति कैसी आरती होए बाब खंडा तेरी आरती अनहता शब्द वजंद बेरी रहाओ। इस तो अगे मेरा प्रकरण दे नाल ये प्रमाण अटैच हुंदा। सो सहस तब नैन नन नैन है तो हे को सहस मूरत नना एक दो ही सहस पद विमल नन एक पद गंध बिन सहस तब गंध एव चलत मोही सब में जोत जोत है सोए तिस दे चानन सब में चानन हुए गुर साखी जोत बरगट हो जो तिस भाव सु आरती होए हर चरण कबल मकरंद लोभित मनो अनदिन मोहे आहि प्यासा कृपा जल दे नानक सारंग होए जाते तिर नाई वासा। ये कीर्तन सवेले वाला मैं शब्द आपको पढ़ के सुनाया। आरती वाले शब्द का कुछ पाठां का फर्क है। सहस तब नैन ये वाहिगुरु जी सरगुण स्वरूप दे विच तेरे हजारां ही नेत्र ने। भाई नंद लाल जी ने गुरु गोबिंद सिंह जी की उस्तुति करदियां आपदे लफ्ज़ां दे विच लिखिया रूह दर हर जिस्म गुरु गोबिंद सिंह नूर दर हर चश्म गुरु गोबिंद सिंह। हजारां नेत्र परमात्मा के किहड़े ने तुसीं दसो। आ जो अखां ने ये वाहिगुरु वालों गॉड गिफ्ट है। हर जिन्ना चिर इंसान जिउंदा रहिंदा है उस वाहिगुरु की जोत उहदे पिछे काम करती रहिंदी है। जो परमात्मा की चेतन सत्ता जिन्हों आपां आत्मा कहिंदे हां जिन्ना चिर शरीर दे विच काम करदी उन्ना चिर यही अखां वेखो क्या सोहना वेखदियां ने। यानी कि परमात्मा की अंश आत्मा ही अखां नहीं वेख रही है वाहिगुरु ही वेख रहा। अखां फिर ओहदियां ही हो गई साडियां अपनियां तां ना होईयां। जब अपनी जोत खिंचा तू स्वामी तब कोई करो दिखा बखियाना कोई करके विखाए सही भला कुछ। जब तू अपनी जोत खिंचदा तां ओही अखां ओही नेत्र बंद हो जाते हैं। तो इसलिए भाई नंद लाल जी कहते हैं कि जो अखां दे विच जोत है नूर है प्रकाश है ये गुरु गोबिंद सिंह तेरा ही दिता होया है। तेरा ही प्रकाश तू ही देख रहा। जिन्ने जिस्मां दे विच रूहां ने उन्हां रूहां दा तू ही मालक है तू ही रूह है। सहस तब नैन सरगुण रूप तेरे हजारां नेत्र ने नन नैन अहे तो हे को। निर्गुण स्वरूप के विच जब तू ज्योति स्वरूप हुंदा तेरी एक भी अख नहीं है। सहस मूरत सरगुण स्वरूप के विच तेरियां हजारां मूरतां हजारां स्वरूप ने क्योंकि जिन्ने जी आ जांदे ने सब तेरे रूप ने। जो दिसै सो तेरा रूप गुण निधान गोबिंद अनूप। सतगुरु कलगीधर जी ने खालसे नूं अपना स्वरूप दिता है। असल च रब ने बंदा बनाया तो अपने वर्गा सीगा पर दाढ़ी पिछों आउंदी है। मुंडे साडे पहला ही शीशे अगे खलो के मुन दिंदे ने वो रब थोड़ो रह गया वो तो बिजू जिहा बन गया उल्लू जिहा बन गया। मैनूं माफ करना रब ने आप दे वर्गा बंदा घड़िया है सिर मना घत्या। जे बंदा पूछे तेरा धर्म की है ना हिंदू ना मुसलमान सिख तो बड़ा है ही कोई नहीं। सिखां की पहचान ही किसा ना जे सिर के उपर जूड़ा नहीं पग नहीं फिर दसो सिखी कादी है। जे मूँह ते दाढ़ी कोई मुछ नहीं फिर सिख कादा होया। ये तो असीं आपदी हंगता सिर उपर चुकी रखते हाँ। सो सिखी तो असूलों की है
ਉਹਦਾ ਕੋਈ ਧਰਮ ਨਹੀਂ ਹੈ। ਜਿੰਨੇ ਹਿੰਦੂਆਂ ਦੇ ਦੇਵੀ ਦੇਵਤੇ ਤੇ ਮੁਸਲਮਾਨਾਂ ਦੇ ਪੀਰ ਪੈਗੰਬਰ ਔਲੀ ਅਵਤਾਰ ਸਭ ਕੇਸਾਧਾਰੀ ਹੋਏ ਨੇ। ਆਦਮ ਮਹਾਰਾਜ ਨੇ ਜਿਹੜਾ ਬਣਾਇਆ ਸੀ ਬਾਬਾ ਆਦਮ ਸਵਰਗਾਂ ਦੇ ਵਿੱਚ, ਉਹ ਆਪ ਦੇ ਵਰਗਾ ਬਣਾਇਆ ਸੀਗਾ ਤੇ ਆਖਿਆ ਸੀ ਵੀ ਨਿਯਮ 'ਚ ਰਹਿਣਾ ਹੈ। ਫਿਰ ਕਣਕ ਦਾ ਸਿੱਟਾ ਮਹਾਰਾਜ ਦੇ ਹੁਕਮ ਤੋਂ ਉਲਟ ਛਕ ਲਿਆ, ਫਿਰ ਸਰੀਰ 'ਚੋਂ ਬਦਬੂ ਹੋਣ ਲੱਗ ਪਈ। ਜਿੰਨੇ ਵੀ ਸੋ ਸਰੀਰ ਹਨ ਇਹ ਅੰਨ ਦੇ ਨਾਲ ਹੀ ਬਣੇ ਨੇ, ਤੋਂ ਅੰਨ ਕਰਕੇ ਹੀ ਇਹ ਮੁੜਕਾਦਕ ਹੈ ਜਾਂ ਜੋ ਵੀ ਕੁਛ ਹੈ। ਜੇ ਅੰਨ ਨਾ ਛਕੇ ਤਾਂ ਫਿਰ ਸੱਚਖੰਡ ਹੀ ਆ। ਜਿਹੜੇ ਸ਼ਹੀਦ ਸਿੰਘ ਨੇ ਜਾਂ ਜਿਹੜੀਆਂ ਪਵਿੱਤਰ ਆਤਮਾਵਾਂ ਨੇ ਸੱਚਖੰਡ ਵਾਸੀ ਨੇ, ਸਿਰਫ ਉੱਥੇ ਭੁੱਖ ਨਹੀਂ ਲੱਗਦੀ ਨਾ ਨੀਂਦ ਆਉਂਦੀ ਹੈ। ਸੱਚਖੰਡ ਤਾਂ ਵੀ ਹੈ, ਸਾਧ ਸੰਗਤ ਸੱਚਖੰਡ ਹੈ, ਪਰ ਇੱਥੇ ਆਪਾਂ ਲੰਗਰ ਨੂੰ ਭੱਜਾਂਗੇ, ਵਾਸ਼ਰੂਮ ਨੂੰ ਜਾਵਾਂਗੇ ਸਰੀਰ ਸੁੱਧ ਕਰਨ ਵਾਸਤੇ। ਬਸ ਇਹੀ ਸਰੀਰ ਦੀ ਘਾਟ ਹੈ ਵੀ ਇਹ ਬਦਬੂਦਾਰ ਹੋ ਜਾਂਦਾ, ਫਿਰ ਇਹਨੂੰ ਭੁੱਖ ਲੱਗ ਜਾਂਦੀ ਹੈ, ਫਿਰ ਰੱਜ ਕੇ ਸੌਂ ਜਾਂਦਾ ਹੈ। ਤੋ ਜਿਹੜਾ ਸੱਚਖੰਡ ਉੱਪਰਲਾ ਹੈ ਮਹਾਰਾਜ ਦੀ ਕਿਰਪਾ ਵਾਲਾ, ਸਰੀਰ ਛੁੱਟਣ ਤੋਂ ਬਾਅਦ ਉਹ ਆਨੰਦ ਵਾਲਾ, ਕਿਉਂਕਿ ਉੱਥੇ ਨਾ ਭੁੱਖ ਲੱਗਣੀ ਨਾ ਨੀਂਦ ਆਉਣੀ। ਇੱਥੇ ਨੀਂਦ ਹੀ ਨਹੀਂ ਛੱਡਦੀ, ਰੋਟੀ ਦੀ ਤ੍ਰਿਸ਼ਨਾ, ਖਾਣ ਪੀਣ ਦੀ ਤ੍ਰਿਸ਼ਨਾ ਨਹੀਂ ਛੱਡਦੀ। ਕਬੀਰ ਨੇ ਤਾਈਓ ਕਿਹਾ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਤੋ ਇਸ ਤਰ੍ਹਾਂ ਬੰਦਾ ਰੱਬ ਹੈ, ਬੰਦਾ ਭਗਵਾਨ ਹੈ, ਪਰ ਇਹ ਆਪਦੀਆਂ ਕਰਤੂਤਾਂ ਕਰਕੇ, ਆਪ ਦੇ ਮਾੜੇ ਕੰਮਾਂ ਕਰਕੇ, ਮਨ ਨੇ ਕਿਹਾ ਸੀ ਅੰਨ ਨਹੀਂ ਖਾਣਾ, ਫਿਰ ਖਾ ਲਿਆ, ਫਿਰ ਧੱਕਾ ਦੇਤਾ ਵੀ ਜਾ ਹੁਣ ਤੂੰ ਆਪਦੇ ਕਰਮ ਭੋਗ। ਇਹਦੀ ਖੱਬੀ ਪਸਲੀ ਕੱਢ ਕੇ ਫਿਰ ਇਸਤਰੀ ਬਣਾਈ, ਆਖਿਆ ਵੀ ਇਕੱਠੇ ਰਹੋ, ਹੁਣ ਤੁਸੀਂ ਆਪ ਦਾ ਰਚਨਾ ਰਚੋ। ਰੱਬ ਨੇ ਵੱਖ ਕਰਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਛੜਿਆਂ ਨੂੰ ਮਿਲਣ ਲਈ ਖੰਡੇ ਬਾਟੇ ਦਾ ਅੰਮ੍ਰਿਤ ਬਣਾਤਾ, ਦੁਬਾਰ ਤੋਂ ਫਿਰ ਰੱਬ ਨੂੰ ਮਿਲਾਤਾ। ਮਹੱਲਾ ਪੰਜਵਾ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਈਂਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ। ਆਖਿਆ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਕੇਸ ਕਟਾਉਣੇ ਨਹੀਂ, ਮਨਾਉਣੇ ਨਹੀਂ, ਘਸਾਉਣੇ ਨਹੀਂ, ਦਵਾਈ ਲਾ ਕੇ ਸਾੜਨੀ ਨਹੀਂ। ਅੱਜ ਕੱਲ੍ਹ ਕਈ ਉਹ ਨਲੀ ਜੀ ਲਾ ਕੇ ਤੇ ਉਹਨੂੰ ਸੈੱਟ ਕਰਦੇ ਹੈਗੇ ਜੀ, ਆ ਵੇਖੋ ਕਿਆ ਸੋਹਣਾ ਸੈੱਟ ਹੋਈ। ਜਿਸ ਤਰ੍ਹਾਂ ਰੱਬ ਨੇ ਦਿੱਤੀ ਇਸ ਤਰ੍ਹਾਂ ਸਿੱਧੀ ਰਹਿਣੀ ਚਾਹੀਦੀ। ਕੰਘੇ ਦੇ ਨਾਲ ਕੇਸਾਂ ਨੂੰ ਸਵਾਰਨਾ ਚਾਹੀਦਾ, ਬੁਰਸ਼ ਜਾਂ ਨਲੀ ਨੂਲੀ ਨਹੀਂ ਲਾਉਣੀ ਚਾਹੀਦੀ, ਜਿਹਨੂੰ ਫਿਕਸੋ ਕਹਿੰਦੇ ਨੇ, ਫਿਕਸ ਕਰਨ ਵਾਲੀ। ਕੋਈ ਰੰਗ ਰੁੰਗ ਲਾ ਕੇ ਇਹਨੂੰ ਚਿੱਟੇ ਤੋਂ ਕਾਲੇ ਨਹੀਂ ਕਰਨਾ ਚਾਹੀਦਾ। ਮੇਰੇ ਵਰਗੇ ਮੁੜ ਕੇ ਰੋਂਦੇ ਨੇ ਸ਼ੀਸ਼ੇ ਦੇ ਅੱਗੇ ਖੜੋ ਕੇ, ਉਹ ਕੇਸ ਤਾਂ ਇੱਕ ਦੋ ਚਿੱਟੇ ਹੋਏ ਹੁੰਦੇ ਤੇ ਉਹਨੂੰ ਕਾਲੇ ਕਰਨ ਦੇ ਹਿਸਾਬ 'ਚ ਉਹ ਸਾਰੀ ਹੋਈ ਦਾੜੀ ਚਿੱਟੀ ਕਰ ਬੈਠਦੇ, ਕਿਉਂਕਿ ਉਹ ਕੈਮੀਕਲ ਹੁੰਦਾ, ਉਹ ਕਾਲੇ ਵੀ ਚਿੱਟੇ ਕਰ ਦਿੰਦੇ ਆ। ਫਿਰ ਬੰਦਾ ਹੋਰ ਹੀ ਤਰ੍ਹਾਂ ਦਾ ਲੱਗਦਾ, ਬੁਰਾ ਜਿਹਾ। ਤੋ ਜੋ ਪਰਮਾਤਮਾ ਨੇ ਖੂਬਸੂਰਤੀ ਦਿੱਤੀ ਹੈ, ਭਾਵੇਂ ਚਿੱਟੇ ਨੇ ਕਾਲੇ ਨੇ, ਉਹਦੇ 'ਚ ਹੀ ਤੰਦਰੁਸਤੀ ਤੇ ਖੂਬਸੂਰਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਆਖਿਆ ਵੀ ਹੁੱਕਾ ਹਜਾਮਤ ਹਲਾਲੋ ਹਰਾਮ, ਚੌਂ ਬਜਰ ਕਰਾ ਤੋਂ ਬਚ ਕੇ ਰਹਿਣਾ। ਕੰਘਾ ਕੜਾ ਕਿਰਪਾਨ ਤੇ ਕਸ਼ਹਿਰਾ ਪਾ ਕੇ ਤੇ ਬਾਣੀ ਵਿੱਚ ਰਹਿਣਾ ਹੈ, ਸ਼ੀਸ਼ੇ 'ਚ ਮੂੰਹ ਵੇਖ ਕੇ ਤੁਸੀਂ ਮਹਿਸੂਸ ਕਰੋਗੇ ਵੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਰਹੇ ਨੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਖਾਲਸਾ ਮੇਰੋ ਰੂਪ ਹੈ ਖਾਸ। ਕਲਗੀਧਰ ਨੇ ਆਪ ਦਾ ਸਰੂਪ ਫਿਰ ਬਖਸ਼ ਦਿੱਤਾ। ਇਉਂ ਇਹ ਮਹਾਰਾਜ ਤੇਰੀ ਮੂਰਤ ਏਕਾ, ਮੂਰਤ ਤਾਂ ਤੇਰੀ ਇੱਕ ਹੈ, ਹਸਤੀ ਤਾਂ ਇੱਕ ਹੈ ਨਿਰਗੁਣ ਸਰੂਪ 'ਚ, ਪਰ ਬਹੁਤ ਰੂਪ। ਤੂੰ ਅੰਮ੍ਰਿਤ ਛਕਾ ਕੇ ਤੇ ਬਹੁਤੇ ਖਾਲਸੇ ਕੱਢ ਦਿੱਤੇ, ਬਣਾ ਦਿੱਤੇ, ਆਪ ਦਾ ਸਰੂਪ ਦੇ ਦਿੱਤਾ। ਇਨਸਾਨ ਭਗਵਾਨ ਨੇ ਭਗਵਾਨ ਆਪਣੇ ਵਰਗਾ ਹੀ ਬਣਾ ਦਿੱਤਾ। ਜਿਹੜੇ ਗੁਰਮੁਖ ਨੇ ਉਹ ਸਭਨਾਂ 'ਚ ਵਾਹਿਗੁਰੂ ਦੀ ਜੋਤ ਵੇਖਦੇ ਨੇ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋਈ ਬੋਲੇ ਰੇ। ਗਹਿਣੇ ਤਾਂ ਕੋਈ ਹਾਰ ਹੈ, ਕੋਈ ਕੜਾ, ਕੋਈ ਮੁੰਦਰੀ ਹੈ ਤਾਂ ਸੋਹਣਾ ਹੀ,
ਸਰੀਰ ਤਾਂ ਲੋਕਾਂ ਨੇ ਆਪਦੀ ਕਰਤੂਤ ਨੂੰ ਵਿਗਾੜੇ ਹੋਏ, ਕਿਸੇ ਤੰਬਾਕੂ ਪੀ ਲਿਆ, ਕਿਸੇ ਸ਼ਰਾਬ ਪੀ ਲਈ, ਕਿਸੇ ਸਿਰ ਮੁੰਨਾ ਲਿਆ, ਕਿਸੇ ਕੁਛ ਕਰਤਾ, ਕਿਸੇ ਸੁੰਨਤ ਕਰਾ ਲਈ, ਕਿਸੇ ਨੇ ਕੁਝ ਕਰਤਾ। ਆਤਮਾ ਤਾਂ ਇੱਕੋ ਹੀ ਹੈ ਸਾਰਿਆਂ 'ਚ, ਸੋਨਾ ਤਾਂ ਇੱਕ ਹੀ ਹੈ ਨਾ। ਉਹ ਗਹਿਣਿਆਂ ਦੀ ਘਾਟ ਤਾਂ ਵੱਖੋ ਵੱਖਰੀ, ਜਿਹਦੇ ਅੱਜ ਜਿਸ ਤਰ੍ਹਾਂ ਦਾ ਆਇਆ ਉਹਨੇ ਉਸ ਤਰ੍ਹਾਂ ਦਾ ਆਪਦਾ ਬਣਾ ਲਿਆ। ਸਾਡਾ ਆਹ ਧਰਮ ਹੁੰਦਾ ਜੀ, ਸਾਡਾ ਉਹ ਧਰਮ। ਧਰਮ ਤਾਂ ਇੱਕੋ ਰੱਬ ਦਾ ਨਾਮ ਹੀ ਹੈ। ਸੋ ਇਸ ਵਾਸਤੇ ਮਹਾਰਾਜ ਅੰਦਰ ਤੇਰੀ ਜੋਤ ਇੱਕ ਹੈ, ਤੇ ਪਰ ਤੇਰੇ ਬਹੁਤੇ ਰੂਪ ਹਨ। ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ। ਇਸ ਪੂਜ ਚੜਾਵਾ ਦਿਓ ਧੂਪ। ਫਿਰ ਮੈਂ ਕਿਹਨੂੰ ਪੂਜਾ ਕਰਕੇ ਫੁੱਲ ਆਦਿ ਵਿੱਚ ਚੜਾਉਣਾ ਕਰਾਂ ਤੇ ਕਿਸ ਨੂੰ ਧੂਪ ਦੇਣਾ ਕਰਾਂ, ਕਿਉਂਕਿ ਤੇਰੇ ਬਹੁਤੇ ਰੂਪ ਹਨ। ਤੂੰ ਮੂਰਤੀ 'ਚ ਤਾਂ ਨਹੀਂ ਬੈਠਾ ਹੋਇਆ ਪੱਥਰ ਦੇ ਵਿੱਚ। ਫਿਰ ਜੇ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਹਦੇ ਵਿੱਚ ਤਾਂ ਹੈ ਕਿਉਂਕਿ ਇਹਦੀ ਬਾਣੀ ਸਾਨੂੰ ਉਪਦੇਸ਼ ਦਿੰਦੀ ਹੈ ਕਿ ਸਭਨਾਂ 'ਚ ਪ੍ਰਮਾਤਮਾ ਦੀ ਜੋਤ ਦੇਖਣਾ ਕਰੋ। ਬਾਣੀ ਪੜ੍ਹਨ ਤੋਂ ਸੋਝੀ ਆਉਂਦੀ, ਗਿਆਨ ਹੁੰਦਾ, ਤਾਂ ਆਪਾਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਹਾਂ। ਬਾਕੀ ਮਹਾਰਾਜ ਸੱਚੇ ਪਾਤਸ਼ਾਹ ਦਾ ਕਣ ਕਣ ਦੇ ਵਿੱਚ, ਕਿਣਕੇ ਕਿਣਕੇ ਦੇ ਵਿੱਚ ਬਿਰਾਜਮਾਨ ਹੈ। ਜਲ ਥਲ ਮਹੀਲ ਪੂਰਿਆ, ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਤੇਰਾ ਅੰਤ ਨਾ ਪਾਇਆ ਕਹਾ ਪਾਈ। ਇਹ ਪ੍ਰਮਾਤਮਾ ਪਿੱਛੇ ਵੀ ਕਿਸੇ ਤੇਰਾ ਅੰਤ ਨਹੀਂ ਪਾਇਆ, ਤੇ ਅੱਗੇ ਉਹਨੂੰ ਵੀ ਲੋਕ ਭਲਾ ਕੀ ਪਾ ਸਕਣਗੇ? ਪਾਪ ਨਹੀਂ ਪਾ ਸਕਦੇ। ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਊਚੋ ਊਚਾ। ਇਹ ਪ੍ਰਮਾਤਮਾ ਤੇਰਾ ਨਿਰਗੁਣ ਸਰੂਪ ਵਿੱਚ ਅੰਤ ਨਹੀਂ ਪਾਇਆ ਜਾ ਸਕਦਾ। ਤੇਰਾ ਸਿਰ ਕਿੱਥੇ ਹੈ? ਤੇਰੇ ਪੈਰ ਕਿੱਥੇ ਨੇ? ਕਹਾਂ ਪਾਏ? ਤੇਰੇ ਪੈਰ ਕਿੱਥੇ ਨੇ? ਚਰਨ ਕਿੱਥੇ ਨੇ? ਕਹਿੰਦੇ ਪਤਾਲ ਚਰਨ ਨੇ ਤੇ ਆਕਾਸ਼ ਸਿਰ ਹੈ ਵਿਰਾਟ ਸਰੂਪ ਦੇ ਵਿੱਚ। ਤੇ ਇਉਂ ਮਹਾਰਾਜ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਹੈ। ਤੇਰਾ ਦਾਸਨ ਦਾਸਾ ਕਹੋ ਰਾਏ। ਇਹ ਪ੍ਰਕਾਸ਼ ਰੂਪ ਪ੍ਰਮਾਤਮਾ, ਮੈਂ ਤੇਰੇ ਸੇਵਕਾਂ ਦਾ ਸੇਵਕ ਹੋ ਕੇ ਤੇਰੇ ਪਾਸ ਅਰਦਾਸ ਹੀ ਕਹਿੰਦਾ ਹਾਂ। ਤੇਰੇ 60 ਸੰਬਤ ਸਭ ਤੀਰਥਾ। ਜਾਂ ਮਨ ਬਾਣੀ ਸਰੀਰ ਕਰਕੇ ਤੇਰਾ ਜਸ ਹੀ ਆਖਦਾ ਹਾਂ। ਸੋ ਅਰਦਾਸ ਬੇਨਤੀ ਵੀ ਕਰਨੀ ਬਣ ਆਉਂਦੀ ਹੈ। ਇਹ ਪ੍ਰਮਾਤਮਾ 60 ਸਾਲ ਤਿੰਨ ਦੇਵਤਿਆਂ ਦੀਆਂ ਬੀਸੀਆਂ ਤੇਰੇ ਹੁਕਮ ਦੇ ਵਿੱਚ ਹੀ ਨੇ, ਤੇ ਸਭ ਤੀਰਥ, ਸਾਰੇ ਤੀਰਥ ਵੀ ਤੇਰੇ ਚਰਨਾਂ ਦੀ ਧੂੜ ਹਨ। 60 ਸੰਬਤ ਪ੍ਰਭ ਆਦਿਕ ਜੋਤਿਸ਼ ਮਤ ਵਿੱਚ ਮੰਨੇ ਹੋਏ 60 ਵਰੇ। ਇਹਨਾਂ ਤਿੰਨਾਂ ਹੀ ਦੇਵਤਿਆਂ ਦੇ 20-20 ਵਰੇ ਮੰਨੇ ਨੇ, ਤੇ ਮੁੜ ਮੁੜ ਇਹਨਾਂ ਦਾ ਚੱਕਰ ਆਉਂਦਾ ਰਹਿੰਦਾ ਹੈ। ਜਦੋਂ ਬ੍ਰਹਮਾ ਦੀ ਬੀਸੀ ਆਉਂਦੀ ਹੈ, ਉਸ ਸਮੇਂ ਸੰਸਾਰ ਵਿੱਚ ਬਹੁਤ ਉਤਪਤੀ ਹੁੰਦੀ ਹੈ। ਜਦੋਂ ਵਿਸ਼ਨੂੰ ਦੀ ਬੀਸੀ ਆਉਂਦੀ ਹੈ, ਉਸ ਸਮੇਂ ਬਹੁਤ ਪਾਲਣਾ ਹੁੰਦੀ ਹੈ। ਤੇ ਜਦੋਂ ਸ਼ਿਵ ਜੀ ਦੀ ਬੀਸੀ ਹੁੰਦੀ ਹੈ, ਉਸ ਸਮੇਂ ਬਹੁਤ ਸੰਘਾਰ ਹੁੰਦਾ। ਇਉਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀਆਂ 20 ਸਾਲਾਂ ਦੀਆਂ ਤਿੰਨ ਬੀਸੀਆਂ, 3 ਦੂਣੀ 6, ਇਹ 60 ਸਾਲ ਹਨ ਦੇਵਤਿਆਂ ਦੇ। ਇਹ ਮਹਾਰਾਜ, ਇਹ ਤੇਰੇ ਹੁਕਮ 'ਚ ਨੇ। ਸਾਰੇ ਤੀਰਥ ਜਿਹੜੇ 68 ਤੀਰਥ ਉਹ ਵੀ ਤੇਰੇ ਚਰਨਾਂ ਦੀ ਧੂੜ ਹਨ। ਤੇਰਾ ਸਚ ਨਾਮ ਪਰਮੇਸ਼ਰਾ। ਇਹ ਪਰਮੇਸ਼ਰ ਪਰਮਾਤਮਾ ਤੇਰਾ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਦਾ ਹੀ ਸੱਚਾ ਨਾਮ ਹੈ। ਵਾਹਿਗੁਰੂ ਨਾਮ ਸਤ ਹੈ, ਸਤਨਾਮ ਵਿਸ਼ੇਸ਼ਣ ਹੈ। ਜੋ ਤੇਰਾ ਸੱਚਾ ਨਾਮ ਜਪਣਾ, ਇਹੀ 60 ਸੰਬਤ ਦਾ ਪੂਜਨ ਹੈ, ਤੀਰਥਾਂ ਦੀ ਯਾਤਰਾ ਹੈ। ਤੇਰੀ ਗਾਤ ਆਵਗਾਤ ਨਹੀਂ ਜਾਣੀਐ। ਇਹ ਪ੍ਰਮਾਤਮਾ ਤੇਰੀ ਪ੍ਰਾਪਤੀ ਅਤੇ ਪ੍ਰਾਪਤੀ ਨਹੀਂ ਜਾਣ ਸਕੀਦੀ। ਭਾਵ ਤੂੰ ਬਹੁਤ ਬੇਅੰਤ ਹੈ। ਤੂੰ ਕਿਵੇਂ ਮਿਲਦਾ ਹੈ? ਪਿੰਗਲਵਾੜੇ ਵਾਲੇ ਭਗਤ ਪੂਰਨ ਸਿੰਘ ਜੀ, ਉਹਨਾਂ ਵੇਖੋ ਲੂਲੇ ਪੰਗਲਿਆਂ ਦੀ ਸੇਵਾ ਕਰਕੇ ਪਰਮਾਤਮਾ ਦੀ ਖੁਸ਼ੀ ਲਈ ਉਹਨਾਂ ਦੀ ਸੰਪਰਦਾ ਪ੍ਰਾਰੰਭ ਹੈ। ਹੁਣ ਡਾਕਟਰ ਇੰਦਰਜੀਤ ਕੌਰ ਪਟਿਆਲੇ ਦੇ ਵਿੱਚ ਉਹਨਾਂ ਦਾ ਆਪ ਦਾ ਕਲੀਨਿਕ ਚੱਲਦਾ। ਡਾਕਟਰੀ ਕੀਤੀ ਉਹਨਾਂ ਨੇ, ਪਰ ਵਿਆਹ ਨਹੀਂ ਕਰਾਇਆ। ਕਿਉਂ ਨਹੀਂ ਕਰਾਇਆ? ਵੀ ਭਗਤ ਪੂਰਨ ਸਿੰਘ ਦੀ ਸੰਪਰਦਾ ਦੀ ਸੇਵਾ ਕਰਨੀ ਹੈ। ਉਹਨਾਂ ਦੇ ਉਪਦੇਸ਼ ਮੁਤਾਬਕ ਇੰਨੀ ਪ੍ਰਭਾਵਿਤ ਹੋਈ ਉਹ ਬੀਬੀ, ਹੁਣ ਉਹ ਮੁਖੀ ਹੈ।
ਆਪਦਾ ਗੁਜ਼ਾਰਾ ਉਹ ਪਟਿਆਲੇ ਜਿਹੜਾ ਕਲੀਨਿਕ ਚੱਲਦਾ ਉੱਥੋਂ ਕਰਦੀ ਹੈ। ਬਾਕੀ ਉਹਨਾਂ ਦੀ ਸੇਵਾ, ਕਈਆਂ ਨੇ ਸੇਵਾ ਕਰਕੇ ਹੀ ਮਹਾਰਾਜ ਨੂੰ ਸਮਝ ਲਿਆ ਕਿ ਖੁਸ਼ ਹੁੰਦਾ। ਕਾਰਸੇ ਵਾਲੇ ਮਹਾਂਪੁਰਖ ਉਹ ਸਤਿਨਾਮ ਵਾਹਿਗੁਰੂ ਦਾ ਜਾਪ ਜ਼ਰੂਰ ਜਪਦੇ ਨੇ, ਪਰ ਅੰਮ੍ਰਿਤ ਨਾਲ ਵੀ ਬਹੁਤਾ ਮਤਲਬ ਨਹੀਂ ਰੱਖਦੇ, ਨਾ ਬਾਣੀ ਨਾਲ। ਕਿਉਂਕਿ ਕਈ ਗੁਰਮੁਖ ਅਨਪੜ੍ਹ ਹੁੰਦੇ ਨੇ ਸੇਵਾ ਵਾਲੇ, ਨਾਮ ਘਰ ਬਣਾਇਆ ਹੁੰਦਾ, ਵਾਹਿਗੁਰੂ ਵਾਹਿਗੁਰੂ ਜਪੀ ਜਾਓ ਬਸ। ਜਿੰਨੇ ਚਿਰ ਨੂੰ ਗੁਰਦੁਆਰਾ ਬਣਦਾ, ਪ੍ਰਕਾਸ਼ ਹੁੰਦਾ, ਉਹ ਸਤਿਨਾਮ ਵਾਹਿਗੁਰੂ ਕਰਕੇ ਆਪਦਾ ਪੱਲਾ ਚੁੱਕ ਕੇ ਮੋਢੇ ਤੇ ਪਾ ਕੇ ਚਲੋ ਮੇਰੇ ਭਾਈ ਅਗਲੀ ਜਗ੍ਹਾ ਤੇ। ਫਿਰ ਅੜੇ ਮੈਦਾਨ ਤੰਬੂ ਲਾ ਕੇ ਸੇਵਾ ਸ਼ੁਰੂ ਕਰ ਦਿੰਦੇ। ਸੋ ਮਹਾਰਾਜ ਉਹਨਾਂ ਦੇ ਵੀ ਪ੍ਰਸੰਨ। ਤੋ ਜਿਹਨੇ ਬਾਣੀ ਪੜ੍ਹਦੇ, ਨਾਮ ਜਪਦੇ, ਉਹਨਾਂ ਦੀ ਤਾਂ ਬੜਾ ਕੋਈ ਸ਼ੱਕ ਹੀ ਨਹੀਂ। ਕਥਾ ਕੀਰਤਨ ਗੁਰਬਾਣੀ ਦਾ ਉਪਦੇਸ਼ ਹੀ ਆ ਵੀ ਨਾਮ ਜਪੋ। ਸੋ ਸੇਵਾ ਸਿਮਰਨ ਜਿਨ੍ਹਾਂ ਨੂੰ ਜਿਸ ਤਰ੍ਹਾਂ ਵੀ ਖੁਸ਼ੀ ਮਿਲੀ, ਉਹਨਾਂ ਉਸੇ ਤਰ੍ਹਾਂ ਹੀ ਮਹਾਰਾਜ ਨੂੰ ਗਾਉਣਾ ਕੀਤਾ। ਇਉਂ ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਤੇਰੀ ਪ੍ਰਾਪਤੀ ਕਿਵੇਂ ਹੁੰਦੀ ਹੈ ਜਾਂ ਕਿਵੇਂ ਨਹੀਂ ਤੂੰ ਪ੍ਰਾਪਤ ਹੁੰਦਾ, ਜਾਂ ਅਵਗਤ ਵਿਅਕਤੀਗਤ ਤੂੰ ਰਹਿਤ ਹੈ ਪਰਮਾਤਮਾ। ਤੇਰੀ ਗਤ ਪ੍ਰਾਪਤੀ ਦੀ ਮਰਿਆਦਾ ਨੂੰ ਜਾਣਿਆ ਨਹੀਂ ਜਾ ਸਕਦਾ ਹੈ। ਕੋਈ ਇਹ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਇੰਝ ਹੀ ਰੱਬ ਮਿਲਦਾ ਹੈ। ਉਹਦਾ ਕੋਈ ਪਤਾ ਨਹੀਂ ਉਹਨੇ ਕਿਹਦੇ ਤੇ ਕਿਵੇਂ ਪ੍ਰਸੰਨ ਹੋ ਜਾਣਾ। ਵੇਖੋ ਧੰਨੇ ਨੇ ਇੱਕ ਵਿਸ਼ਵਾਸ ਰੱਖਿਆ ਤੇ ਉਹਨੇ ਖੂਹ ਤੇ ਹੀ ਆਪਦੀਆਂ ਪੈੜੀਆਂ ਮੋਹਦੀਆਂ ਘਰ 'ਚ ਹੀ ਮਹਾਰਾਜ ਨੂੰ ਪਾ ਲਿਆ। ਅਣਜਾਣਤ ਨਾਮ ਵਖਾਣੀਐ, ਜਾਣੀ ਤੋਂ ਬਿਨਾਂ ਭਾਵ ਅਣਗਿਣਤੀ ਤੇਰੇ ਨਾਮ ਕਥਨ ਕਰੀਦੇ ਹਨ। ਨਾਨਕ ਵਿਚਾਰਾ ਕਿਆ ਕਹੈ, ਵਿਚਾਰਾ ਉਹਨੂੰ ਕਹੀਦਾ ਹੈ ਜਿਹਦੇ ਕੋਲ ਕੋਈ ਚਾਰਾ ਨਾ ਹੋਵੇ। ਮਤਲਬ ਆਮ ਗਰੀਬ ਬੰਦੇ ਨੂੰ ਕਹਿੰਦੇ ਵੀ ਇਹ ਵਿਚਾਰਾ ਜਿਹਾ ਹੈ। ਸਤਿਗੁਰੂ ਨਾਨਕ ਦੇਵ ਜੀ ਦੀ ਨਿਮਰਤਾ ਹੈ। ਗੁਰਦੁਆਰੇ ਵਿਚਾਰਾ ਬਣ ਕੇ ਹੀ ਆਉਣਾ ਚਾਹੀਦਾ ਹੈ। ਆਪਦੀ ਪਹਿਚਾਣ ਨਹੀਂ ਕਰਾਉਣੀ ਚਾਹੀਦੀ ਵੀ ਮੈਂ ਇੱਥੋਂ ਦਾ ਫਲਾਣਾ ਹਾਂ ਤੇ ਮੈਂ ਹੀ ਸਭ ਕੁਛ ਕਰ ਰਿਹਾ। ਇਸ ਤਰ੍ਹਾਂ ਫਿਰ ਮਨ 'ਚ ਮਾਣ ਆ ਜਾਂਦਾ ਹੈ। ਇਉਂ ਸਤਿਗੁਰੂ ਨਾਨਕ ਦੇਵ ਜੀ ਨਿਮਰਤਾ ਪੂਰਵਕ ਕਥਨ ਕਰਦੇ ਨੇ ਕਿ ਮੈਂ ਵਿਚਾਰਾ ਗਰੀਬ ਤੇਰੇ ਸਰੂਪ ਬਾਰੇ ਕੀ ਕਥਨ ਕਰ ਸਕਦਾ ਹਾਂ। ਸਭ ਲੋਕ ਸਲਾਹੇ ਏਕ ਸੈ, ਮੇਰੇ 1 ਘੰਟਾ ਕਥਾ ਕਰਨਾ, ਤੂੰ ਕਿੰਨਾ ਕੁ ਵੱਡਾ ਹੋ ਜਾਏਗਾ। ਕਹਿਣ ਦੇ ਨਾਲ ਤਾਂ ਵੱਡਾ ਨਹੀਂ ਹੁੰਦਾ ਹੈ। ਇਸ ਵਾਸਤੇ ਬਥੇਰੇ ਲੋਕ ਮੇਰੇ ਵਰਗੇ ਹਨ। ਹਰੇਕ ਗੁਰਦੁਆਰੇ ਕਥਾ ਹੋ ਰਹੀ ਹੈ, ਤੋ ਇਸ ਲਈ ਸਾਰੇ ਲੋਕ ਹੀ ਇੱਕ ਆਪ ਜੀ ਦੀ ਸਲੋਤਾ ਕਰਦੇ ਹਨ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੋਣਾ, ਕੋਈ ਰਾਗੀ ਜਾਂ ਕੋਈ ਕਥਾਵਾਚਕ ਨੂੰ ਤੁਸੀਂ ਪੁੱਛੋ, ਕਿਸੇ ਪਾਠੀ ਸਿੰਘ ਨੂੰ ਅਗਰ ਕੋਈ ਮੇਰਾ ਪ੍ਰੋਗਰਾਮ ਬੁੱਕ ਹੈ, ਹਰੇਕ ਗੁਰਦੁਆਰੇ 'ਚ ਸਮਾਗਮ ਹੈ। ਆ ਵੇਖੋ ਹੁਣੇ ਪ੍ਰਭਾਤ ਫੇਰੀ ਦੀ ਆਵਾਜ਼ ਆ ਗਈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਗ੍ਹਾ ਜਗ੍ਹਾ ਤੇ ਮਹਾਰਾਜ ਦੇ ਗੁਣ ਗਾਏ ਜਾ ਰਹੇ ਨੇ। ਇਹ ਸਾਰੇ ਲੋਕ ਹੀ ਆਪ ਜੀ ਨੂੰ ਸਲਾਹੁਣਾ ਕਰਦੇ। ਇਸ ਲੋਕ ਵਿੱਚ ਹੀ ਨਹੀਂ, ਉਹ ਜਿਹੜਾ ਦਸਤਗੀਰ ਪੀਰ ਦਾ ਚੇਲਾ ਮਹਾਰਾਜ ਨੇ ਦਰਸ਼ਨ ਕਰਾਏ ਸੀ ਉਹਨੂੰ 7 ਪਤਾਲਾਂ ਦੇ 7 ਆਕਾਸ਼ਾਂ ਦੇ, ਉਹਨੇ ਦੱਸਿਆ ਆ ਕੇ ਵੀ ਜਿੱਥੇ ਜਾਂਦੇ ਉੱਥੇ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਂਦੇ ਸੀਗੇ। ਸੰਗਤ ਪ੍ਰਸ਼ਾਦ ਤਿਆਰ ਹੁੰਦਾ, ਮਹਾਰਾਜ ਦਾ ਆਸਣ ਲੱਗਾ ਹੁੰਦਾ, ਗੁਰੂ ਸਾਹਿਬ ਆਪਦੇ ਆਸਣ ਦੇ ਬੈਠਦੇ, ਫਿਰ ਆਨੰਦ ਸਾਹਿਬ ਪੜ੍ਹਦੇ, ਅਰਦਾਸ ਹੁੰਦੀ, ਭੋਗ ਲੱਗਦਾ ਤੇ ਆ ਵੇਖ ਕਿਣਕਾ ਕਿਣਕਾ ਲੈਣ ਤੋਂ ਚੱਪੀ ਭਰ ਗਈ। ਇੰਨੀਆਂ ਸੰਗਤਾਂ ਮਹਾਰਾਜ ਦੀਆਂ ਨੇ। ਸਵਰਗਾਂ ਦੇ ਵਿੱਚ ਜਿਹੜਾ ਇੰਦਰ ਹੈ ਉਹ ਵੀ ਕਹਿੰਦੇ ਸੋਦਰ ਦਾ ਕੀਰਤਨ ਸੁਣਦਾ ਹੈ। ਉੱਥੇ ਕੀਰਤਨ ਹੁੰਦਾ ਹੈ ਮਹਾਰਾਜ ਦੇ ਗੁਣ, ਉੱਥੇ ਵੀ ਬਾਣੀ ਦਾ ਕੀਰਤਨ ਹੋ ਰਿਹਾ। ਠੀਕ ਉਹਦਾ ਭਾਵੇਂ ਗਾਉਣ ਵਜਾਉਣ ਚੱਲਦਾ ਆਪਦਾ, ਤੇ ਪਰ ਉਹ ਵੀ ਮਹਾਰਾਜ ਨੂੰ ਗਾਉਂਦਾ ਲਿਖਿਆ ਹੈ ਸੋਦਰ ਦੇ ਵਿੱਚ। ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ। ਸੱਚਖੰਡ ਦਾ ਬੜਾ ਰੱਬ ਦੇ ਗੁਣ ਗਾਏ ਜਾ ਰਹੇ ਨੇ। ਇਹ ਸਾਰੇ ਲੋਕ ਆਪ ਜੀ ਨੂੰ ਸਲਾਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਵੀ ਜਾਣਦੇ ਹਾਂ। ਸਿਰ ਨਾਨਕ ਲੋਕਾ ਪਾਵਹਿ, ਸਤਿਗੁਰੂ ਸਾਹਿਬ ਜੀ ਨਿਮਰਤਾ ਜੀ ਦਾਤ ਬਖਸ਼ਦੇ ਹੋਏ ਕਥਨ ਕਰਦੇ ਨੇ ਕਿ ਉਹਨਾਂ ਲੋਕਾਂ ਦੇ ਚਰਨਾਂ ਪਰ ਮੇਰਾ ਸਿਰ ਹੈ। ਮਤਲਬ ਮੈਂ ਸੰਗਤ ਦੇ ਚਰਨਾਂ ਤੇ ਮੱਥਾ ਟੇਕਦਾ ਹਾਂ। ਬਲਿਹਾਰੀ ਜਾਓ ਜਿਤੇ ਤੇਰੇ ਨਾਮ ਹੈ, ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਜਾਂ ਵਿਰਾਟ ਰੂਪ 'ਚ ਬ੍ਰਹਮ ਲੋਕ ਆਦਿਕ ਤੇਰਾ ਸਿਰ ਤੇ ਪਤਾਲ ਲੋਕ ਤੇਰੇ ਪੈਰ ਨੇ। ਇਹ ਪ੍ਰਮਾਤਮਾ ਜਿੰਨੇ ਵੀ ਤੇਰੇ ਨਾਮ ਨੇ ਤੇ ਨਾਮਾਂ ਨੂੰ ਜਪਣ ਵਾਲੀ ਮੈਂ ਉਹਨਾਂ ਦੇ ਚਰਨਾਂ 'ਤੇ ਸਿਰ ਰੱਖਦਾ ਤੇ ਮੈਂ ਉਹਨਾਂ ਸਭਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ, ਤੇਰੇ ਨਾਮਾਂ ਤੋਂ
ਜਿੰਨੇ ਵੀ ਰਾਮ ਰਹੀਮ ਅੱਲਾ ਜਿੰਨੇ ਵੀ ਨਾਮ ਨੇ। ਵਾਹਿਗੁਰੂ ਮੰਤਰ ਤਾਂ ਆਇਆ ਹੀ ਸਾਰਾ 13 ਵਾਰ ਗੁਰੂ ਗ੍ਰੰਥ ਸਾਹਿਬ, ਉਹ ਵੀ ਮਹਾਰਾਜ ਨੇ ਆਪ ਨਹੀਂ ਲਿਖਿਆ, ਭੱਟਾਂ ਨੇ ਸਵਈਆਂ 'ਚ ਲਿਖਿਆ। ਬਾਕੀ ਤਾਂ ਰਾਮ ਕ੍ਰਿਸ਼ਨ ਆਦਿਕ ਹੋਰ ਬੜਾ ਕੁਛ ਹੈ। ਸੋ ਬੜੇ ਨਾਮ ਹਨ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ, ਅਨੇਕਾਂ ਹੀ ਨਾਮ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਹੋਏ ਹਨ। ਪਰ ਸਤਿਨਾਮ ਤੇਰਾ ਪਰਾਪੁਰਬਲਾ ਵਾਹਿਗੁਰੂ ਉਤਕ੍ਰਿਸ਼ਟ ਸ੍ਰੇਸ਼ਟ ਹੈ। ਜਿੰਨੇ ਵੀ ਨਾਮ ਨੇ ਉਹਨਾਂ ਦੀ ਨਿੰਦਿਆ ਨਹੀਂ, ਜਪਣਾ ਤਾਂ ਵਾਹਿਗੁਰੂ ਹੀ ਹੈ ਤੇ ਪਰ ਅਸੀਂ ਸਾਰੇ ਨਾਮਾਂ ਤੋਂ ਭੁਲੇਹਾਰ ਜਾਂਦੇ ਆ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਸੰਤ ਰਾਗ ਦੇ ਵਿੱਚ ਪਾਵਨ 2 ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਨਾਨਕ ਵਿਚਾਰਾ ਕਿਆ ਕਹੈ, ਸਭ ਲੋਕ ਸਲਾਹੇ ਏਕ ਸੈ। ਸਿਰ ਨਾਨਕ ਲੋਕਾ ਪਾਵਹਿ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।